ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਅਬਰੋਡ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅਮਰੀਕਾ ਦੇ ਵਿੱਚ ਬਹੁਤ ਕੁਝ ਅਨਡੂ ਹੋ ਰਿਹਾ ਹੈ। ਟਰੰਪ ਸਾਹਿਬ ਦੁਆਰਾ ਲਿਆਂਦੀਆਂ ਗਈਆਂ ਪਾਲਿਸੀਆਂ ਨੂੰ ਜੋ ਬਾਈਡਨ ਨੇ ਅਨਡੂ ਕੀਤਾ, ਜਿਹਦੇ ਦੇ ਵਿੱਚ ਕਰੋਨਾ ਨੂੰ ਲੈ ਕੇ ਹੈ, ਨਵੀਂ ਇਕੋਨਮੀ ਪਾਲਿਸੀ ਲੈ ਕੇ ਆ, ਔਰ ਜੇ ਗੱਲ ਕਰੀਏ ਇਮੀਗ੍ਰੇਸ਼ਨ ਨੂੰ, ਉਹਦੇ ਉੱਤੇ ਵੀ ਬਹੁਤ ਕੁਝ ਚੇਂਜਸ ਹੋਇਆ। ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਇਮੀਗ੍ਰੇਸ਼ਨ ਐਕਸਪਰਟ ਨੇ ਅਰਵਿੰਦਪਾਲ ਸਿੰਘ ਜੀ। ਤੁਹਾਡਾ ਸਵਾਗਤ ਹੈ। ਬਹੁਤ ਸ਼ੁਕਰੀਆ ਖੇਰਾ ਸਾਹਿਬ, ਸਤਿ ਸ਼੍ਰੀ ਅਕਾਲ। ਜਦੋਂ ਮੈਂ ਟ੍ਰਾਂਜੀਸ਼ਨ ਦੀ ਗੱਲ ਕਰ ਰਿਹਾ ਤਾਂ ਬਹੁਤ ਚੀਜ਼ਾਂ ਅਨਡੂ ਹੋਈਆਂ। ਇਮੀਗ੍ਰੇਸ਼ਨ ਦੇ ਵਿੱਚ ਕੀ ਬਦਲਿਆ ਹੈ? ਸਭ ਤੋਂ ਪਹਿਲੀ ਗੱਲ ਜਿਹੜੀ ਆ ਸੀ H1B1 ਵੀਜ਼ਾ ਨੂੰ ਲੈ ਕੇ ਜਿਹੜਾ ਸੀਗਾ ਬਹੁਤ ਸੋਚ ਰਹੇ ਸੀ ਕਿ ਕੀ ਹੋਊਗਾ, ਕੀ ਬਣੂਗਾ, ਉਹਦੇ 'ਚ ਕੀ ਚੇਂਜਸ ਆਏ ਨੇ? ਖੈਰਾ ਸਾਹਿਬ, ਵਾਕਿਆ ਹੀ ਉਹ ਜਦੋਂ ਕੰਪਿਊਟਰ 'ਤੇ ਕੰਮ ਕਰੀਦਾ ਅੱਜ ਕੱਲ੍ਹ ਲੱਗਦਾ ਵਾਕਿਆ Ctrl+Z ਬਾਰ-ਬਾਰ ਨੱਪਿਆ ਜਾ ਰਿਹਾ। ਸੋ ਜਿੰਨੀਆਂ ਕਿ ਚੀਜ਼ਾਂ ਸੀ ਉਹ ਅੱਜ ਕੱਲ੍ਹ ਤੁਸੀਂ ਰੀਡ ਕਰਦੇ ਹੋ ਤਾਂ ਉਹ ਚਾਹੁੰਦਾ ਕਿ ਹੁਣ ਸਸਪੈਂਸ਼ਨ ਸੀ ਇਹਦੀ, ਉਹ ਬਹਾਲ ਕਰਤੀ ਜਾਂ ਜਿਹੜੀ ਚੀਜ਼ ਲਾਈ ਸੀ ਉਹਨੂੰ ਸਸਪੈਂਡ ਕਰਤਾ ਜੀ। ਔਰ ਸਭ ਤੋਂ ਚੰਗੀ ਚੀਜ਼ ਜਿਹੜੀ ਆ ਇਮੀਗ੍ਰੇਸ਼ਨ ਇੰਡਸਟਰੀ ਦੀ ਉਹ ਹੈ ਕਿ ਜੋ ਬਾਈਡਨ ਸਾਹਿਬ ਦਾ ਸਭ ਤੋਂ ਵੱਧ ਧਿਆਨ ਉਹ ਇਮੀਗ੍ਰੇਸ਼ਨ ਇੰਡਸਟਰੀ ਦੇ ਉੱਪਰ ਹੀ ਹੈ ਜੀ। ਸੋ ਤੁਸੀਂ ਬਾਕੀ ਚੀਜ਼ਾਂ ਬਾਰੇ ਖੈਰ ਬਾਅਦ 'ਚ ਸੁਣੋਗੇ। ਤੁਸੀਂ ਡੇਲੀ ਕੋਈ ਨਾ ਕੋਈ ਅਪਡੇਟ, ਬਿਕੋਜ਼ ਹਾਲੇ ਹਫਤਾ ਮਸਾਂ ਹੀ ਹੋਇਆ ਆ, ਸੋ ਡੇਲੀ ਕੋਈ ਨਾ ਕੋਈ ਅਪਡੇਟ ਤੁਸੀਂ ਵੇਖਦੇ ਹੋ ਉਹ ਇਮੀਗ੍ਰੇਸ਼ਨ ਦੇ ਰਿਲੇਟਡ ਹੀ ਹੁੰਦੀ ਹੈ ਜੀ। ਸੋ ਯੈਸ, ਉਹਦੇ ਵਿੱਚ ਜਿਹੜਾ ਕਿ ਸਸਪੈਂਸ਼ਨ ਆਫ ਇਮੀਗ੍ਰੈਂਟਸ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਜਿਹੜੇ ਲੇਬਰ ਮਾਰਕੀਟ ਨੂੰ ਰਿਸਕ ਲੈ ਕੇ ਆਉਂਦੇ ਆ, H1C ਉਹਦੇ ਵਿੱਚ J1C L1C, ਇਹਨਾਂ ਦੀ ਮੁੜ ਬਹਾਲੀ ਕਰ ਦਿੱਤੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜਿੰਨਾ ਇੰਟੈਲੈਕਟ ਮਾਈਂਡ ਜਿੰਨਾ ਵੀ ਬਾਹਰੋਂ ਆਉਂਦਾ ਸੀ ਉਹ ਮਤਲਬ ਇਹਨਾਂ ਕੈਟਾਗਰੀ ਦੇ ਥਰੂ ਅਮਰੀਕਾ ਦੇ ਵਿੱਚ ਹਮੇਸ਼ਾ ਆਉਂਦਾ ਆ, ਔਰ ਉਹਨਾਂ ਦੇ ਉੱਪਰ ਰੋਕ ਲਾਉਣਾ ਅਮਰੀਕਾ ਦੀ ਤਰੱਕੀ ਉੱਪਰ ਰੋਕ ਲਾਉਣਾ ਸੀ। ਔਰ ਇਹ ਗੱਲ ਸਭ ਤੋਂ ਪਹਿਲਾਂ ਇਹ ਜਿਹੜੀ ਨਵੀਂ ਗਵਰਨਮੈਂਟ ਆ, ਨਵਾਂ ਪ੍ਰੈਜ਼ੀਡੈਂਟ ਆ, ਇਹਨਾਂ ਨੇ ਸਮਝੀ ਆ ਜੀ। ਬਿਕੋਜ਼ ਜੇਕਰ ਤੁਸੀਂ ਨਵਾਂ ਇੰਟੈਲੈਕਟ ਨਹੀਂ ਲੈ ਕੇ ਆਓਗੇ, ਇਕੋਨਮੀ ਗਰੋ ਨਹੀਂ ਕਰੇਗੀ, ਲੋਕਾਂ ਤੋਂ ਟੈਕਸੇਸ਼ਨ ਨਹੀਂ ਉਨੀ ਗਰੋ ਕਰੇਗੀ, ਲੋਕਾਂ ਦੀਆਂ ਕੰਪਨੀਜ਼ ਗਰੋ ਨਹੀਂ ਕਰਨਗੀਆਂ, ਅਤੇ ਸਾਰਾ ਕੁਝ ਇੱਕ ਮੁਲਕ ਦਾ ਭੱਠਾ ਬਹਿੰਦਾ ਬਹਿਣ ਵੱਲ ਨੂੰ ਤੁਰ ਜਾਏਗਾ। ਸੋ ਇਹ ਵੀ ਚੰਗਾ ਲੱਗਦਾ ਕਿ ਜੇ ਅਸੀਂ ਇੰਡੀਆ ਨਾਲ ਕੰਪੇਅਰ ਕਰੀਏ ਵੀ ਉੱਥੇ 4 ਸਾਲ ਬਾਅਦ ਤੁਸੀਂ ਚੇਂਜ ਕਰ ਸਕਦੇ ਹੋ, ਸਾਨੂੰ ਇੱਥੇ 5 ਸਾਲ ਲੱਗਦੇ ਆ ਬਦਲਦਿਆਂ ਵੀ, ਔਰ ਜੇ ਦੁਬਾਰਾ ਆ ਜਾਵੇ ਤਾਂ ਫਿਰ 10 ਸਾਲ ਦਾ ਪੀਰੀਅਡ ਬਹੁਤ ਹੀ ਜ਼ਿਆਦਾ ਵੱਡਾ ਲੱਗਦਾ, ਬਹੁਤ ਵੱਡਾ ਲੱਗਦਾ। ਸਹੀ ਗੱਲ। ਸੋ ਉੱਥੇ ਖੈਰ US ਜਿਹੜੇ ਲੋਕ ਨੇ ਉਹ ਬਲੈਸਡ ਨੇ ਕਿ ਉਹ 4 ਸਾਲ ਦੇ ਵਿੱਚ ਅਗਰ ਕੁਝ ਗੜਬੜ ਹੋਏ ਵੀ ਤਾਂ ਉੱਥੋਂ ਛੁਟਕਾਰਾ ਪਾ ਸਕਦੇ ਨੇ, ਔਰ 4 ਸਾਲ ਦਾ ਪੀਰੀਅਡ ਜਲਦੀ ਨਿਬੜ ਵੀ ਜਾਂਦਾ ਹੈ। ਸੋ H1 ਦੇ ਉੱਪਰ, L1 ਦੇ ਉੱਪਰ, J1 ਦੇ ਉੱਪਰ ਔਰ ਆਲਮੋਸਟ ਜਿੰਨੇ ਵੀ ਇੰਟਰਨਸ਼ਿਪ ਕਰਨ ਆਉਂਦੇ ਸੀ ਜਾਂ ਟ੍ਰੇਨੀਜ਼ ਆਉਂਦੇ ਸੀ, ਟੀਚਰਸ ਆਉਂਦੇ ਸੀ, ਕਾਉਂਸਲਰਸ ਆਉਂਦੇ ਸੀ, ਆਓ ਪੇਅਰ ਦੇ ਰੂਪ ਵਿੱਚ ਆਉਂਦੇ ਸੀ, ਜਿੰਨੀਆਂ ਕਿ ਵੀ ਕੈਟਾਗਰੀ ਜਿਹਦੇ ਵਿੱਚ ਲੋਕ ਬਾਹਰੋਂ ਆ ਸਕਦੇ ਸੀ, ਕੁਛ ਦੇਣ, ਕੁਝ ਸਿੱਖਣ, ਕੁਝ ਕਰਨ, ਜਿਹੜੇ ਕਿ ਕੱਲ੍ਹ ਨੂੰ ਇੱਥੇ ਇੰਪਲੋਏਬਲ ਹੋ ਸਕਦੇ ਸੀ, ਉਹ ਸਾਰਿਆਂ ਨੂੰ ਮਤਲਬ ਕਲੈਕਟਿਵਲੀ ਇਹਨਾਂ ਨੇ ਜਿਹੜੇ ਸਸਪੈਂਸ਼ਨ ਸੀ ਉਹਦੇ ਉੱਪਰ ਰੋਕ ਹਟਾ ਦਿੱਤੀ ਹੈ। ਔਰ ਇਹ ਉਹੀ ਕੀਤਾ ਕਿ ਜਿਹੜੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਅਸੀਂ ਕਾਨੂੰਨ ਜਿਹੜੇ ਲਾਗੂ ਕੀਤੇ ਜਾਂਦੇ ਸੀ, ਜਿਸ ਤਰੀਕੇ ਨਾਲ ਐਗਜ਼ੀਕਿਊਟਿਵ ਆਰਡਰ ਦਿੱਤੇ ਜਾਂਦੇ ਸੀ, ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਅਸੀਂ ਉਮੀਦ ਕਰਦੇ ਸੀ ਕਿ ਸ਼ਾਇਦ ਉਹਨੂੰ ਲੰਬਾ ਸਮਾਂ ਲੈ ਕੇ ਜਾਣਗੇ, ਬਟ ਨਹੀਂ, ਇਹਦੇ ਉੱਪਰ ਕੁਇਕਲੀ ਐਕਸ਼ਨ ਲੈ ਲਿਆ ਹੈ। ਹਾਂ, ਅਮਰੀਕਾ ਦੇ ਵਿੱਚ ਇੱਕ ਚੀਜ਼ ਨਵੀਂ ਜਿਹੜੀ ਆ ਉਹ ਜਿਹੜੀ ਨਵੀਂ ਬਾਈਡਨ ਗਵਰਨਮੈਂਟ ਵੀ ਬਹੁਤ ਕੇਅਰਫੁਲੀ ਧਿਆਨ ਰੱਖ ਰਹੀ ਆ, ਉਹ ਹੈਗਾ ਜਿਹੜਾ ਕੋਵਿਡ ਵਾਲਾ ਟਾਈਮ ਆ, ਕੋਰੋਨਾ ਵਾਲਾ ਟਾਈਮ। ਬਿਕੋਜ਼ ਟਰੰਪ ਸਾਹਿਬ ਨੇ ਤਾਂ ਮੋਟਾ ਹਿਸਾਬ ਲਾ ਲਿਆ ਸੀ ਯਾਰ ਬੰਦਾ 2 ਲੱਖ ਜਾਣਾ ਆ, ਅਤੇ ਉਹ ਆਪਾਂ ਹਿਸਾਬ ਲਾਈਏ ਵੀ ਆਪਾਂ ਵੀ ਪ੍ਰੀਵੈਂਟ ਕਰੀਏ ਜਾਂ ਪ੍ਰੀਵੈਂਸ਼ਨ ਕਰੀਏ ਜਾਂ ਇੱਦਾਂ ਹੀ ਜਾਣ ਦੀਏ ਜੀ। ਔਰ ਤੁਸੀਂ ਵੇਖਿਆ ਵੀ ਉਹ ਤਾਂ ਬਹੁਤ ਸਾਰੇ ਲੋਕ ਇੱਦਾਂ ਹੀ ਗਏ ਆ। ਸੋ ਬਾਈਡਨ ਗਵਰਨਮੈਂਟ ਨੇ ਇਸ ਗੱਲ ਦਾ ਖਿਆਲ ਰੱਖਿਆ ਕਿ ਜਦੋਂ ਉਹਨਾਂ ਨੂੰ ਹੈਲਥ ਮਿਨਿਸਟਰੀ ਨੇ ਦੱਸਿਆ ਕਿ ਇਹ ਅੰਕੜਾ 5 ਲੱਖ ਤੱਕ ਪਹੁੰਚ ਸਕਦਾ ਆ, ਅਤੇ ਉਹਨਾਂ ਨੇ ਯੈਸ ਟਰੈਵਲ ਨੂੰ ਲੈ ਕੇ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਨਵੀਆਂ ਇੰਪੋਜ਼ ਜ਼ਰੂਰ ਕੀਤੀਆਂ ਨੇ ਜੀ। ਲਿਸਟ ਜਾਰੀ ਕੀਤੀ ਆ 25 ਤਰੀਕ ਨੂੰ, ਰੀਸੈਂਟਲੀ ਹੁਣੇ 25 ਜਨਵਰੀ ਨੂੰ, ਜਿਹਦੇ ਵਿੱਚ ਕਿ ਜਿਹੜੇ ਲੋਕ ਹੁਣ UK ਤੋਂ, ਜਿਹੜੇ ਲੋਕ ਆਇਰਲੈਂਡ ਤੋਂ, ਸ਼ੈਂਗਨ ਏਰੀਆ ਤੋਂ, ਜਿਹੜੇ ਚਾਈਨਾ ਤੋਂ, ਮੀਨਸ ਜਿਹੜੇ ਉਹਨਾਂ ਏਰੀਆ ਵਿੱਚੋਂ ਆ ਰਹੇ ਆ ਜਿੱਥੇ ਸਟ੍ਰੇਨ ਦੇ ਹੋਣ ਦੇ ਜਾਂ ਕੋਵਿਡ ਦੇ ਹੋਣ ਦੇ ਚਾਂਸਸ ਜ਼ਿਆਦਾ ਆ ਜੀ, ਉੱਥੋਂ ਉਹਨਾਂ ਨੇ ਫੋਰਨ ਟਰੈਵਲਰਸ ਦਾ ਤੇ ਮਨਾ ਕਰਤਾ ਆ। ਸੋ ਉਹਨਾਂ ਦੀ ਸਸਪੈਂਸ਼ਨ ਲਾਤੀ ਹੈ ਕਿ ਹੁਣ ਨਵੇਂ ਬੰਦੇ ਉੱਥੋਂ ਜਿਹੜੇ ਫੋਰਨ ਨੈਸ਼ਨਲਸ ਆ ਉਹ ਨਾ ਆਉਣ ਜੀ। ਔਰ ਨਾਲ ਦੀ ਨਾਲ ਤਾਕੀਦ ਵੀ ਕੀਤੀ ਆ ਕਿ ਅਗਰ ਕਿਸੇ ਨੇ ਆਪਣਾ ਵੀਜ਼ਾ ਫਾਈਲ ਜਾਂ ਕੋਈ ਫਾਈਲਿੰਗ ਕਰਨੀ ਆ, ਔਰ ਉਹਨੂੰ ਕਮ ਸੇ ਕਮ 2 ਹਫ਼ਤਿਆਂ ਲਈ ਅੱਗੇ ਲੈ ਜਾਣਾ ਜੀ। ਔਰ ਇਹ ਵੀ ਨਾਲ ਹੋਰ ਤਾਕੀਦ ਕੀਤੀ ਆ ਕਿ ਅਗਰ ਤੁਸੀਂ ਇੰਟਰਵਿਊ ਦੇਣ ਆ ਹੀ ਰਹੇ ਹੋ, US ਅੰਬੈਸੀ ਵੀ ਆ ਰਹੇ ਹੋ, ਬਿਕੋਜ਼ ਕੌਂਸੂਲੇਟ ਦੇ ਵਿੱਚ ਵੀ ਇਹਦਾ ਖਿਆਲ ਰੱਖਿਆ ਗਿਆ, ਫੋਰਨ ਮਿਸ਼ਨਸ ਦੇ ਵਿੱਚ ਵੀ, ਕਿ ਤੁਹਾਨੂੰ ਉੱਥੇ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਹਾਨੂੰ ਕੋਈ ਫਲੂ ਹੈ ਜਾਂ ਕੋਈ ਐਡਾ ਮਸਲਾ ਕੋਈ ਨਾ ਕੋਈ ਲੱਗਦਾ ਹੈ ਵੀ ਥੋੜ੍ਹੇ ਬਹੁਤ ਸਿੰਪਟਮਸ ਨੇ, ਅਤੇ ਸਟਿਲ 2 ਹਫ਼ਤੇ ਦੀ ਬ੍ਰੇਕ ਲੈ ਲਓ। ਸੋ ਇਸ ਕਰਕੇ ਕੋਵਿਡ ਦੇ ਉੱਪਰ ਸਪੈਸ਼ਲ ਧਿਆਨ ਦਿੱਤਾ ਗਿਆ ਆ। ਸੋ ਉਮੀਦ ਕਰਦੇ ਹਾਂ ਕਿ ਅਮਰੀਕਾ ਦਾ ਜਿਹੜਾ ਡਰ ਹੈ ਉਹ ਜਲਦੀ ਨਿਕਲੇਗਾ, ਬਿਕੋਜ਼ ਬਹੁਤ ਸਾਰੇ ਲੋਕ ਸਾਰਾ ਸਾਲ ਤਤਪਰ ਰਹਿੰਦੇ ਨੇ ਅਮਰੀਕਾ ਵਿੱਚ ਟਰੈਵਲ ਕਰਨ ਨੂੰ ਜੀ। ਅੱਛਾ, ਮੈਂ ਇਹੀ ਗੱਲ ਪੁੱਛ ਰਿਹਾ ਸੀ ਕਿ ਇੱਕ ਟਰੰਪ ਸਾਹਿਬ ਸੀਗੇ ਜਿਨ੍ਹਾਂ ਨੇ ਡਿਸਕ੍ਰਿਮੀਨੇਸ਼ਨ ਤਾਂ ਕੀਤਾ,
ਉਹਨਾਂ ਨੇ ਕਿਹਾ ਜੀ ਅਸੀਂ ਪਾਰਟਿਕੂਲਰ 7 ਕੰਟਰੀਜ਼ ਨੂੰ ਬੈਨ ਲਾ ਦਿੱਤਾ, 6 ਜਾਂ 7 ਨੂੰ ਬੈਨ ਲਾ ਦਿੱਤਾ। ਡਿਸਕ੍ਰਿਮੀਨੇਸ਼ਨ ਇੱਧਰ ਵੀ ਹੋ ਰਿਹਾ, ਪਰ ਉਹ ਬਹੁਤ ਚੰਗੇ ਤਰੀਕੇ ਨਾਲ ਹੋ ਰਿਹਾ ਕਿ ਕੋਵਿਡ-19 ਨੂੰ ਲੈ ਕੇ ਸਿਰਫ ਹੋ ਰਿਹਾ। ਹਾਂ, ਇਹਦੇ ਵਿੱਚ ਵੀ ਨਵੀਂ ਜਿਹੜੀ ਚੀਜ਼ ਆ ਜਿਹੜਾ ਉਹਨੂੰ ਬੋਲਿਆ ਜਾਂਦਾ ਕਿ ਜਿਹੜਾ ਡਿਸਕ੍ਰਿਮੀਨੇਸ਼ਨਰੀ ਬੈਨ ਸੀਗਾ, ਜਿਹੜਾ ਜਿਹਦੇ ਵਿੱਚ ਕਿ ਡਿਸਕ੍ਰਿਮੀਨੇਸ਼ਨ ਦੇ ਆਧਾਰ ਦੇ ਉੱਪਰ ਪਾਰਟਿਕੂਲਰ ਰੀਜਨ ਦੇ ਉੱਪਰ, ਪਾਰਟਿਕੂਲਰ ਰਿਲੀਜਨ ਦੇ ਉੱਪਰ ਇੱਦਾਂ ਚੋਣ ਕਰਕੇ ਜਿਹੜੇ ਮੁਲਕਾਂ ਦੇ ਉੱਪਰ ਬੈਨ ਲਾਇਆ ਸੀ, ਉਹ ਇਹਨਾਂ ਨੇ ਪਿਛਲੇ ਹਫ਼ਤੇ ਹੀ ਹਟਾ ਦਿੱਤਾ ਸੀ। ਜੁਆਇਨ ਕਰਦਿਆਂ 20 ਤਰੀਕ ਨੂੰ ਹੀ ਉਹਦਾ ਨਵਾਂ ਮਤਲਬ ਫਰਮਾਨ ਆ ਗਿਆ ਸੀਗਾ। ਜਿੱਦਣ ਉਹਨਾਂ ਨੇ ਸਹੁੰ ਚੱਕੀ ਆ ਉਸੇ ਦਿਨ ਹੀ ਉਹਦਾ ਫਰਮਾਨ ਦੇ ਦਿੱਤਾ ਸੀਗਾ ਕਿ ਉਹ ਜਿਹੜਾ ਡਿਸਕ੍ਰਿਮੀਨੇਸ਼ਨ ਵਾਲਾ ਜਿਹੜਾ ਟਰੈਵਲ ਬੈਨ ਆ ਉਹਨੂੰ ਰੋਕ ਦਿੱਤਾ ਜਾਵੇ। ਸੋ ਉਹਨੂੰ ਕੰਟੀਨਿਊ ਨਹੀਂ ਕਰਨਾ, ਬਿਕੋਜ਼ ਅਮਰੀਕਾ ਦੀ ਸਾਖ ਇੱਦਾਂ ਦੀ ਰਹੀ ਆ, ਅਮਰੀਕਾ ਦੀ ਸਟਰਕਚਰ, ਅਮਰੀਕਾ ਦਾ DNA ਉਹ ਇਸ ਤਰੀਕੇ ਦਾ ਬਣਿਆ ਕਿ ਉਹ ਮਲਟੀ ਕਲਚਰਲ ਹੈ। ਤੁਸੀਂ ਭਾਵੇਂ ਕਹੋ ਕਿ ਅਮਰੀਕਾ ਦਾ ਕੋਈ ਕਲਚਰ ਨਹੀਂ ਆ, ਇਹ ਗੱਲ ਇਸੇ ਤਰੀਕੇ ਨਾਲ ਕਹੀ ਜਾਂਦੀ ਕਿ US guys they don't have any culture, ਕੋਈ ਕਲਚਰ ਨਹੀਂ ਆ, ਪਰ ਇਹਦਾ ਮਤਲਬ ਇਹ ਵੀ ਆ ਕਿ ਸਾਰੇ ਕਲਚਰ ਉਹਦੇ 'ਚ ਸਮਾਏ ਨੇ ਜੀ। ਸੋ ਹਰ ਧਰਮ, ਹਰ ਰੀਜਨ, ਹਰ ਰਿਲੀਜਨ ਦੀ ਉੱਥੇ ਵੈਲਕਮਿੰਗ ਆ, ਬਿਕੋਜ਼ US ਸਭ ਦਾ ਸਾਂਝਾ ਮੁਲਕ ਹੈ। ਸੋ ਉਸ ਅਗਰ ਨਜ਼ਰ ਨਾਲ ਵੇਖੋਗੇ ਤੇ ਫਿਰ ਜਦੋਂ ਕਿਸੇ ਨੂੰ ਇਦਾਂ ਡਿਸਕ੍ਰਿਮੀਨੇਟ ਕਰਨਾ ਆ ਫਿਰ ਅਜੀਬ ਲੱਗਦਾ ਆ ਜੀ। ਸੋ ਇਸ ਕਰਕੇ ਅਮਰੀਕਾ ਨੇ ਆਪਣੀ ਸਟਰਕਚਰ ਦੇ ਉੱਪਰ ਰਹਿੰਦਿਆਂ ਹੋਇਆਂ ਆਪਣੀ ਉਹੀ ਮੁੜ ਵਤਨ ਵਾਪਸੀ ਕੀਤੀ ਜਾਂ ਮੁੜ ਘਰ ਵਾਪਸੀ ਕੀਤੀ ਆ ਜੀ, ਜਾਂ ਮੁੜ ਜਿਹੜੇ ਜੋ ਵੀ ਆਪਣੇ ਉਹਨਾਂ ਦੇ ਜਜ਼ਬਾਤ ਸੀ, ਬਿਕੋਜ਼ ਇਹ ਕਿਸੇ ਨੂੰ ਵੀ ਸਹਿਣ ਨਹੀਂ ਕੋਈ ਕਰ ਪਾਉਂਦਾ ਸੀ। ਸੋ ਮੁੜ ਉਹਨਾਂ ਜਜ਼ਬਾਤਾਂ ਵੱਲ ਨੂੰ ਅਮਰੀਕਾ ਵਧਿਆ ਆ। ਸੋ ਬਹੁਤ ਚੰਗੀ ਗੱਲ ਹੈ ਕਿ ਔਰ ਪੂਰੀ ਦੁਨੀਆ ਦਾ ਮੰਨਣਾ ਕਿ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਜਾਂ ਜਿਹੜੀ ਆ ਵੰਡੋ, ਜਿਹੜੀ ਤੁਸੀਂ ਮਨ 'ਚ 100 ਵਾਰੀ ਰੱਖੋ ਜੀ, ਸਾਰੀਆਂ ਸਰਕਾਰਾਂ ਰੱਖਦੀਆਂ ਮਨ ਦੇ ਵਿੱਚ ਕੋਈ ਨਾ ਕੋਈ ਚੀਜ਼ ਰੱਖਦੀਆਂ ਨੇ, ਮਨ 'ਚ 100 ਵਾਰੀ ਰੱਖੋ, ਪਰ ਇੱਦਾਂ ਖੁੱਲ੍ਹ ਕੇ ਸ਼ਰੇਆਮ ਇਹਨਾਂ ਚੀਜ਼ਾਂ ਨੂੰ ਬੈਨ ਲਾਉਣਾ ਜਾਂ ਗੱਲਬਾਤ ਕਰਨੀ ਉਹ ਮੰਦਭਾਗਾ ਰਿਹਾ। ਬਿਲਕੁਲ। ਅੱਛਾ ਚਲੋ, ਇਹ ਤਾਂ ਗੱਲ ਹੋ ਗਈ ਡਿਸਕ੍ਰਿਮੀਨੇਸ਼ਨ ਕਿਸੇ ਬੰਦੇ ਨਹੀਂ ਹੈਗਾ। ਹੁਣ ਸਪੋਜ਼ ਕੋਈ H1B1 ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ, ਫਰੈਸ਼ ਐਂਟਰੀ ਕਰਨਾ ਚਾਹੁੰਦਾ ਹੈ, ਤੇ ਉਹ ਕਿਵੇਂ ਕਰ ਸਕਦਾ ਹੈ ਇੰਡੀਆ ਤੋਂ? ਦੇਖੋ, H1 ਸ਼ੁਰੂ ਤੋਂ ਹੀ ਬੇਸਿਕਲੀ ਜੌਬ ਬੇਸਡ ਵੀਜ਼ਾ ਆ ਜੀ। H1 ਦੇ ਉੱਪਰ ਅਗਰ ਤੁਸੀਂ ਜਾਣਾ ਹੋਵੇ ਤੁਹਾਨੂੰ ਕੰਪਨੀ ਵੱਲੋਂ ਜੌਬ ਆਫਰ ਚਾਹੀਦੀ ਹੈ, ਆਫਰ ਲੈਟਰ ਅਰੇਂਜ ਔਰ ਨਾਰਮਲੀ ਜਿੱਦਾਂ ਆਪਾਂ ਬਾਕੀ ਇਹਦੀ ਗੱਲਬਾਤ ਜ਼ਰੂਰ ਆਪਾਂ ਕਰਦੇ ਹਾਂ, ਇਹ ਅਮਰੀਕਾ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਆ ਜੀ, ਬਿਕੋਜ਼ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਫੈਸ਼ਨਲਸ ਆਉਂਦੇ ਨੇ ਉਹਨਾਂ ਦਾ ਰੂਟ ਇਹ ਆ। ਪਰ ਅਗਰ ਤੁਸੀਂ ਜੇਕਰ ਸਾਡੇ ਲੋਕਾਂ ਨਾਲ ਗੱਲਬਾਤ ਕਰੋਗੇ, ਇਹ ਸਾਡੇ ਲਈ ਬਿਲਕੁਲ ਜਿੱਦਾਂ ਕਿ ਫਸਟ ਹੈਂਡ ਸਾਡੇ ਬਹੁਤ ਜ਼ਿਆਦਾ ਫਾਇਦੇ ਵਾਲੀ ਨਹੀਂ ਹੁੰਦੀ। ਹਾਂ, ਜਿਹੜਾ ਸਾਡਾ ਇੱਕ ਇੰਟੈਲੈਕਟ ਲੋਕਾਂ ਦਾ ਜਿਹੜਾ ਗਰੁੱਪ ਆ, ਜਿਹੜਾ IT ਕੰਪਨੀਜ਼ ਦੇ ਵਿੱਚ ਕੰਮ ਕਰਦਾ ਜਾਂ ਵੱਡੀਆਂ ਕੰਪਨੀਜ਼ ਵਿੱਚ ਕੰਮ ਕਰਦਾ ਆ, ਸੋ ਇਹ ਉਹਨਾਂ ਦੇ ਫਾਇਦੇ ਦੀ ਚੀਜ਼ ਆ। ਬਿਕੋਜ਼ ਇੱਥੋਂ ਪੰਜਾਬ ਤੋਂ ਹੀ ਬਹੁਤ ਸਾਰੇ ਮੁੰਡੇ ਬੰਬੇ ਜਾ ਕੇ ਜੌਬਸ ਕਰਦੇ ਨੇ, ਬੰਗਲੌਰ ਜਾ ਕੇ ਜੌਬਸ ਕਰਦੇ ਨੇ, ਉੱਥੋਂ ਅਮਰੀਕਨ ਕੰਪਨੀਜ਼ ਨੂੰ ਅਪਲਾਈ ਕਰਦੇ ਆ। ਪ੍ਰੋਫਾਈਲ ਤੁਹਾਡਾ ਰਿਚ ਹੋ ਜਾਂਦਾ, ਤੁਸੀਂ ਇੰਡੀਅਨ ਪਹਿਲਾਂ ਕੰਪਨੀਜ਼ ਲਈ ਕੰਮ ਕਰਦੇ ਹੋ, ਇਨਫੋਸਿਸ ਲਈ, ਟਾਟਾ ਲਈ ਤੁਸੀਂ ਇੱਥੇ ਲੋਕਲ ਕੰਮ ਕਰਦੇ ਹੋ ਜੀ। ਸੋ ਇਹਨਾਂ ਕੰਸਲਟੈਂਸੀਜ਼ ਤੋਂ ਵਿੱਚੋਂ ਫਿਰ ਤੁਹਾਨੂੰ ਹਾਇਰ ਕੀਤਾ ਜਾਂਦਾ। ਸੋ ਫਿਰ ਤੁਸੀਂ ਫਿਰ ਤੁਹਾਡੇ ਲਈ ਮਤਲਬ ਕੋਈ ਫਰਕ ਨਹੀਂ ਰੱਖਦਾ ਕਿ ਬੰਗਲੌਰ 'ਚ ਕੰਮ ਕਰਦੇ ਹੋ ਜਾਂ US ਵਿੱਚ ਕੰਮ ਕਰਦੇ ਹੋ। ਔਰ ਓਬਵੀਅਸਲੀ ਉਹਦੇ ਵਿੱਚੋਂ ਮਾਰਕੀਟ ਜੋ ਆਇਡੈਂਟੀਫਾਈ ਹੋ ਜਾਂਦੇ ਨੇ ਕਿ ਜਿਹੜੇ ਪ੍ਰੋਫੈਸ਼ਨਲਸ ਆ ਜਿਹੜੇ ਆਊਟਸਟੈਂਡਿੰਗ ਨੇ ਜੀ। ਸੋ ਜਿਹੜਾ ਅਗਰ ਤੁਹਾਡਾ ਕੰਮ ਬੋਲਦਾ ਆ ਔਰ ਇਹ ਕੰਮ ਦੇ ਆਧਾਰ ਦੇ ਉੱਪਰ ਆ, ਤਾਂ ਹੀ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਬ੍ਰੇਨ ਡਰੇਨ ਆ। ਇਹ ਜਿਹੜੇ ਕਾਰਡ ਕੱਢਣ ਵਾਲੇ ਲੋਕ ਨੇ ਉਹਨਾਂ ਦਾ ਰੂਟ ਆ ਇਹ। ਸੋ ਇਹ ਜਨਰਿਕ ਰੂਟ ਨਹੀਂ ਹੈਗਾ, ਉਹ ਹਾਈਲੀ ਸਕਿਲਡ ਨੇ, ਸਕਿਲਡ ਕਦੇ ਨਹੀਂ, ਹਾਈਲੀ ਸਕਿਲਡ। ਹਾਂ, ਹਾਈਲੀ ਸਕਿਲਡ ਆ, ਬਿਕੋਜ਼ ਉੱਥੇ ਤੁਸੀਂ ਕੁਆਲੀਫਾਈ ਕਰਦੇ ਹੋ ਜਦੋਂ US ਕੰਪਨੀਜ਼ ਨੂੰ, ਤੇ ਤੁਹਾਡੀਆਂ ਇੰਟਰਵਿਊ ਦੇ ਸੈਸ਼ਨਸ, ਤੁਹਾਡਾ ਖੁਦ ਦਾ ਇੰਟੈਲੈਕਟ ਇਹ ਬੋਲਦਾ ਆ। ਜੋ ਅਗਰ ਸਭ ਚੀਜ਼ਾਂ ਬੋਲਦੀਆਂ ਨੇ, US ਕੰਪਨੀਜ਼ ਹਮੇਸ਼ਾ ਵੈਲਕਮਿੰਗ ਨੇ, ਹਮੇਸ਼ਾ ਰਿਵਾਰਡਿੰਗ ਨੇ, ਔਰ ਰੁੱਗ ਭਰ ਕੇ ਰੁਪਈਆਂ ਤਾਂ ਦਿੰਦੇ ਆ। ਮਤਲਬ ਤੁਸੀਂ ਅਗਰ ਇੰਡੀਅਨ ਮਾਰਕੀਟ ਨਾਲ ਕੰਪੇਅਰ ਕਰੋਗੇ, ਸੋ ਇੱਥੇ ਨਾਲ ਤਾਂ ਕੰਪੈਰੀਜ਼ਨ ਕੋਈ ਹੋ ਹੀ ਨਹੀਂ ਸਕਦਾ। ਔਰ ਫਾਈਨਲੀ ਉਹਨਾਂ ਨੂੰ ਮੌਕਾ ਵੀ ਮਿਲਦਾ ਕਿ ਉਹ ਇਸ ਵੀਜ਼ੇ ਤੋਂ ਮੁੜ ਕੇ ਇਮੀਗ੍ਰੈਂਟ ਵਾਲੇ ਪਾਸੇ ਨੂੰ ਜਾ ਲੈਣ, ਬਿਕੋਜ਼ ਜਦੋਂ ਤੁਸੀਂ ਕਮਾਊ ਪੁੱਤਰ ਬਣ ਕੇ ਆਏ ਹੋ, ਫਿਰ ਉੱਥੋਂ ਦੀ ਸਰਕਾਰ ਵੀ ਨਹੀਂ ਚਾਹੁੰਦੀ ਕਿ ਤੁਸੀਂ ਇੱਥੇ 5 ਰੁਪਈਆਂ ਦੀ ਬਣਾਉਂਦੇ ਹੋ ਤੇ ਚੱਕ ਇੰਡੀਆ ਸੁੱਟੀ ਚੱਲੋ। ਸੋ ਇਹ ਉਦੋਂ ਫਿਰ ਰੂਟ ਬਣ ਜਾਂਦਾ ਤੁਹਾਡਾ ਗ੍ਰੀਨ ਕਾਰਡ ਵਾਲੇ ਪਾਸੇ, ਕਿ ਤੁਸੀਂ ਹੁਣ ਕਮਾਊ ਪੁੱਤਰ ਹੋ, ਤੁਸੀਂ ਇੱਥੇ ਘਰ 'ਚ ਹੀ ਰਹਿ ਜਾਓ, ਤੁਸੀਂ ਇਹ ਘਰ ਛੱਡ ਕੇ ਨਹੀਂ ਜਾਣਾ, ਟੈਕਸ ਪੇਅਰ ਹੋ ਜਾਓ। ਯੈਸ। ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ H1B1 ਹੈ, ਤੇ ਇਹਦੇ ਲਈ ਕੋਈ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਟੈਸਟ ਵੀ ਹੁੰਦਾ ਹੈ ਜਾਂ ਨਹੀਂ? ਇਹ ਬੇਸਿਕਲੀ ਜਿੱਦਾਂ ਦੱਸਿਆ ਕਿ ਤੁਸੀਂ ਅਗਰ ਕੰਮ ਕਰ ਜਾਣਦੇ ਹੋ, ਅਗਰ ਤੁਸੀਂ ਮਲਟੀਨੈਸ਼ਨਲ ਕੰਪਨੀਜ਼ ਵਿੱਚ ਕੰਮ ਕਰਨ ਦੀ ਕਾਬਲੀਅਤ ਰੱਖਦੇ ਹੋ, ਤਾਂ ਲੈਂਗੁਏਜ ਤੁਹਾਡੀ ਪਹਿਲਾਂ ਹੀ ਨਿਖਰੀ ਹੋਈ ਹੈ ਜੀ। ਸੋ ਚਾਹੇ ਕਾਲ ਸੈਂਟਰ ਤੋਂ ਗਏ ਹੋ, ਚਾਹੇ ਤੁਸੀਂ IT ਕੰਪਨੀਜ਼ ਵਿੱਚੋਂ ਗਏ ਹੋ, ਚਾਹੇ ਕਿਸੇ ਵੀ ਪਾਸਿਓਂ ਗਏ ਹੋਵੋ, ਓਬਵੀਅਸਲੀ ਤੁਹਾਡੀਆਂ ਲੈਂਗੁਏਜ ਦਾ ਕ੍ਰਾਈਟੀਰੀਆ ਆ ਉਹ ਤੁਹਾਡੀ ਲੋਕਲ, ਜਦੋਂ ਤੁਹਾਡੀਆਂ ਪਹਿਲੀਆਂ ਇੰਟਰਵਿਊਜ਼ ਆ ਉੱਥੋਂ ਤੱਕ ਹੀ ਰਹਿ ਗਿਆ ਕੰਮ ਜੀ। ਅੰਬੈਸੀ ਨੂੰ ਤੁਸੀਂ ਬਹੁਤ ਜ਼ਿਆਦਾ ਤੁਹਾਡਾ ਉਹਨਾਂ ਨੇ ਲਾਈਕ 888 ਜਾਂ ਇੱਦਾਂ ਦੇ ਸਕੋਰ ਨਹੀਂ ਵੇਖਣੇ ਕਿ ਤੁਸੀਂ IELTS ਦਾ ਕੀ ਸਕੋਰ ਕੀਤਾ। ਹਾਂ, ਇਹਨਾਂ ਕੈਟਾਗਰੀਜ਼ ਜੋ ਤੁਸੀਂ ਅਪਲਾਈ ਕਰਦੇ ਹੋ, ਯੈਸ, ਲੈਵਲ ਆਫ ਕਮਿਊਨੀਕੇਸ਼ਨ ਤੁਹਾਡਾ ਇੰਗਲਿਸ਼ ਦਾ ਉਹ ਚੰਗਾ ਹੀ ਹੁੰਦਾ ਆ, ਔਰ ਉਹ ਹੋਣਾ ਵੀ ਚਾਹੀਦਾ, ਔਰ ਮੰਨਿਆ ਹੀ ਜਾਂਦਾ ਕਿ ਅਗਰ ਤੁਸੀਂ ਪ੍ਰੋਫੈਸ਼ਨਲ ਹੋ, ਇੱਥੇ ਕੰਮ ਕੀਤਾ IT ਇੰਡਸਟਰੀ ਵਿੱਚ, ਤੇ ਲੈਂਗੁਏਜ ਕੋਈ ਲਾਈਕ ਬਾਹਰ ਰਹਿ ਹੀ ਨਹੀਂ ਜਾਂਦੀ ਜੀ।
ਅਰਵਿੰਦਰ ਜੀ, ਸਾਨੂੰ ਅਕਸਰ ਸਵਾਲ ਵੀ ਆਉਂਦੇ ਨੇ ਔਰ ਮੈਂ ਸਾਡੇ ਦੇਖਣ ਵਾਲਿਆਂ ਨੂੰ ਵੀ ਕਹਾਂਗਾ ਕਿ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸ਼ੰਕਾ ਹੈ, ਸਵਾਲ ਹੈ, ਤੁਸੀਂ YouTube ਚੈਨਲ ਦੇ ਉੱਤੇ ਜਾ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡਾ ਕੀ ਸਵਾਲ ਹੈ ਔਰ ਅਸੀਂ ਚੁਣਿੰਦਾ ਸਵਾਲ ਜਿਹੜੇ ਨੇ ਉਹ ਸਾਡੇ ਐਕਸਪਰਟ ਨੂੰ ਪੁੱਛ ਲਿਆ ਕਰਾਂਗੇ। ਫਿਲਹਾਲ ਜਿਹੜਾ ਇੱਕ ਚੁਣਿੰਦਾ ਸਵਾਲ ਹੈ ਉਹ ਹੈ ਜੀ, ਸਾਨੂੰ ਇੱਕ ਆਇਆ ਹੋਇਆ, ਕਹਿੰਦੇ ਕਿ 2019 ਦੇ ਵਿੱਚ ਜਿਹੜੇ ਮੁੰਡੇ ਡਿਪੋਰਟ ਹੋਏ ਸੀਗੇ, ਹੁਣ ਜੋ ਬਾਈਡਨ ਆ ਗਏ ਨੇ, ਨਵੀਆਂ ਟ੍ਰਾਂਜੀਸ਼ਨਸ ਹੋ ਰਹੀਆਂ ਨੇ, ਉਹਨਾਂ ਦਾ ਕੀ ਬਣੂਗਾ? ਯੈਸ, ਅਸਲ ਦੇ ਵਿੱਚ ਧਿਆਨ ਨਾਲ ਸੋਚੋ ਕਿ ਜਿਹੜੇ ਡਿਪੋਰਟ ਹੋਏ ਸੀ ਮਤਲਬ ਉਹ ਅਨਲੌਫੁਲ ਉੱਥੇ ਰਹਿ ਰਹੇ ਸੀ ਜੀ। ਸੋ ਅਨਲੌਫੁਲ ਹੀ ਹੁੰਦਾ ਆ। ਸੋ ਤੁਸੀਂ ਬੰਦਾ ਮਾਰ ਕੇ ਸਰੈਂਡਰ ਕਰ ਲਿਆ ਤੇ ਕਤਲ ਦੀ ਸਜ਼ਾ ਤਾਂ ਹੋਣੀ ਹੈ ਜੀ। ਸੋ ਤੁਸੀਂ ਅਨਲੌਫੁਲ ਤਰੀਕੇ ਨਾਲ ਯੂਐਸ ਵਿੱਚ ਰਹਿ ਰਹੇ ਸੀ, ਕੱਢਤਾ। ਬਟ ਅਸਲ ਦੇ ਵਿੱਚ ਜਿਹੜਾ ਇਹ ਕੱਢਤਾ ਵੀ ਜਾਂ ਸਵਾਲ ਵੀ ਇਸ ਕਰਕੇ ਆ ਕਿ ਤੁਸੀਂ ਬਹੁਤ ਜ਼ਿਆਦਾ ਵੇਖਦੇ ਨਹੀਂ ਕਿ ਅਮਰੀਕਾ ਨੇ ਕਦੀ ਕਿਸੇ ਨੂੰ ਡਿਪੋਰਟ ਕੀਤਾ ਹੈ ਜੀ। ਅਗਰ ਤੁਸੀਂ ਪਿੱਛੇ ਕਈ ਸਾਲਾਂ ਤੱਕ ਸੋਚਦੇ ਜਾਓਗੇ ਜਾਂ ਲੱਭਦੇ ਜਾਓਗੇ ਕਿ ਅਮਰੀਕਾ ਨੇ ਕਿੰਨੇ ਬੰਦੇ ਡਿਪੋਰਟ ਕੀਤੇ, ਤੇ ਸ਼ਾਇਦ ਹੀ ਤੁਹਾਨੂੰ ਇਸ ਅੰਕੜੇ ਦੇ ਬੰਦੇ ਲੱਭਣ, ਬਿਕੋਜ਼ ਅਮਰੀਕਾ ਡਾਇਰੈਕਟਲੀ ਡਿਪੋਰਟ ਕਰਦਾ ਹੀ ਨਹੀਂ ਹੈ ਜੀ। ਉਹਦਾ ਕਾਰਨ ਕੀ ਆ ਕਿ ਅਮਰੀਕਾ ਬੇਸਿਕਲੀ ਇਮੀਗ੍ਰੈਂਟਸ ਦਾ ਮੁਲਕ ਆ। ਸਾਰੇ ਪਾਸਿਓਂ ਹਰ ਮੁਲਕ ਤੋਂ ਲੋਕ ਇਮੀਗ੍ਰੈਂਟਸ ਆ ਕੇ ਇੱਥੇ ਵਸੇ ਨੇ ਔਰ ਇਹ ਹੈ ਹੀ ਇਮੀਗ੍ਰੈਂਟਸ ਦੀ ਧਰਤੀ, ਹੈ ਹੀ ਬਾਹਰੋਂ ਆਏ ਲੋਕਾਂ ਦੀ ਧਰਤੀ। ਸੋ ਲੋਕਲਸ ਨਹੀਂ ਹੈਗੇ ਜੀ। ਸੋ ਜਿੰਨਾ ਆਵਾਮ ਆ, ਜਿੰਨਾ ਯੂਥ ਆ, ਚਾਹੇ ਲੱਖ ਵਾਰੀ ਟਰੰਪ ਸਾਹਿਬ ਨੇ ਕਿਹਾ ਹੋਇਆ ਵੀ ਲੋਕਲਸ ਮੀਨਸ ਅਮਰੀਕਨ ਪਾਸਪੋਰਟ ਹੋਲਡਰਸ ਜਾਂ ਅਮਰੀਕਨਸ ਓਨਲੀ, ਮਤਲਬ ਬਟ ਅਲਟੀਮੇਟਲੀ ਉਹਦਾ ਕੋਈ ਤੁੱਕ ਨਹੀਂ ਹੈਗਾ, ਕਿਉਂਕਿ ਜੇ ਇਹ ਜਨਰੇਸ਼ਨ ਨਹੀਂ ਆਈ, ਇਸ ਤੋਂ ਪਿਛਲੀ ਜਨਰੇਸ਼ਨ ਆਈ ਹੋਏਗੀ ਜੀ, ਤੇ ਜਾਂ ਜੇ ਮੁੰਡਾ ਨਹੀਂ ਆਇਆ ਪਿਓ ਆਇਆ ਹੋਊਗਾ, ਜੇ ਪਿਓ ਨਹੀਂ ਆਇਆ ਹੋਊ ਤਾਂ ਦਾਦਾ ਆਇਆ ਹੋਊਗਾ। ਸੋ ਆਏ ਸਾਰੇ ਲੋਕ ਬਾਹਰੋਂ ਹੀ ਆ। ਸੋ ਇਸ ਕਰਕੇ ਇਹ ਕਦੀ ਵੀ ਨਹੀਂ ਕੀਤਾ ਜਾਂਦਾ ਕਿ ਯੂਐਸ ਤੋਂ ਕਦੀ ਵੀ ਕਿਸੇ ਨੂੰ ਡਿਪੋਰਟ ਕੀਤਾ ਜਾਵੇ, ਬਹੁਤ ਰੇਅਰ ਆ। ਹਾਂ, ਅਗਰ ਕੋਈ ਟੈਰਰਿਜ਼ਮ ਦੇ ਨਾਲ ਰਿਲੇਟਡ ਆ ਜਾਂ ਕਿਸੇ ਕੋਈ ਇਹੋ ਜਿਹੀਆਂ ਐਕਟੀਵਿਟੀਜ਼ ਦੇ ਨਾਲ ਰਿਲੇਟਡ ਆ ਜਿਹਦੇ ਨਾਲ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ, ਫਿਰ ਯੈਸ, ਫਿਰ ਜ਼ਰੂਰ ਡਿਪੋਰਟ ਕਰ ਸਕਦੇ ਆ। ਜਾਂ ਫਿਰ ਹਰ ਕੰਟਰੀ ਦੇ ਨਾਲ ਤੁਹਾਡੇ ਆਪੋ ਆਪਣੇ ਐਕਸਟ੍ਰਾਡੀਸ਼ਨ ਟਰੀਟੀ ਦੇ ਵਿੱਚ ਮੈਪ ਨੇ ਚੀਜ਼ਾਂ ਕਿ ਤੁਸੀਂ ਕੀ ਕਰਨਾ ਤਾਂ ਅਸੀਂ ਕੀ ਕਰਨਾ। ਹਾਂ, ਹੁਣ ਜਦੋਂ ਤੁਸੀਂ ਪਿੱਛੇ ਜੇ ਅਗਰ ਤੁਸੀਂ ਖਬਰ ਵੇਖੋਗੇ ਤੇ ਪਿਛਲੇ ਸਾਲ ਜਾਂ 2018 ਦੇ ਵਿੱਚ ਜਾਂ 2019 ਦੇ ਵਿੱਚ ਹੀ ਸੀ ਡਿਪੋਰਟ ਦਾ ਕੇਸ। 2018-19 ਦੇ ਵਿੱਚ ਕੁਝ ਕੇਸਿਸ ਆਏ ਸੀ ਕਿ ਇੱਕ ਵਾਰੀ ਪਤਾ ਨਹੀਂ 133 ਕਿ ਇੱਕ ਵਾਰੀ 300 ਕੁਝ ਬੰਦੇ ਮੀਡੀਆ 'ਚ ਇੱਦਾਂ ਹੀ ਲਿਖਿਆ ਗਿਆ ਸੀਗਾ ਕਿ ਅਮਰੀਕਾ ਤੋਂ ਡਿਪੋਰਟ ਹੋਇਆ। ਉਹ ਬੇਸਿਕਲੀ ਅਮਰੀਕਾ ਤੋਂ ਡਿਪੋਰਟ ਨਹੀਂ ਹੋਏ ਸੀਗੇ। ਯੂਐਸ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕੀਤਾ ਸੀ ਮੈਕਸੀਕੋ ਨੂੰ ਕਿ ਉਹ ਮੈਕਸੀਕੋ ਦੇ ਵਿੱਚ ਹੀ ਮੁੰਡੇ ਇਕੱਠੇ ਕਰਕੇ ਮੈਕਸੀਕੋ ਤੋਂ ਡਿਪੋਰਟ ਕੀਤੇ ਸੀ ਜੀ। ਸੋ ਯੂਐਸ ਦੇ ਵਿੱਚ ਤੁਸੀਂ ਗਏ ਹੋ, ਤੁਸੀਂ ਜਾ ਕੇ ਉੱਥੇ ਆਪਣੀ ਪਟੀਸ਼ਨ ਕੀ ਹੁੰਦੀ ਹੈ? ਪਟੀਸ਼ਨ ਇਹੀ ਹੈ ਕਿ ਤੁਸੀਂ ਗਏ ਹੋ, ਤੁਸੀਂ ਕਹਿੰਦੇ ਜੀ ਮੈਂ ਆਪਣੇ ਮੁਲਕ ਨਹੀਂ ਜਾਣਾ ਜੀ, ਤੇ ਤੁਹਾਨੂੰ ਲੋਕਲ ਕੰਮ ਕਰਨ ਦਿੱਤਾ ਜਾਂਦਾ। ਅੱਛਾ, ਉਹ ਰੋਕਦੇ ਨਹੀਂ ਗਏ? ਨਹੀਂ ਰੋਕਦੇ। ਤੁਸੀਂ ਇਹ ਸੋਚੋ ਕਿ ਅਗਰ ਤੁਸੀਂ ਮਾਫੀਆ ਵਾਲਾ ਰਸਤਾ ਜਿਹੜਾ ਆ, ਮਾਫੀਆ ਵਾਲਾ ਰਸਤਾ ਮੀਨਸ ਕਿ ਜਿਹੜੇ ਲੋਕੀ ਆ ਪੁੱਠੇ ਦੇ ਰਾਹਾਂ ਤੋਂ ਜਾਂਦੇ ਆ, ਮੈਕਸੀਕੋ ਤੋਂ ਜਿਹੜੇ ਜਾਂਦੇ ਆ, ਤੁਸੀਂ ਕਦੀ ਖਬਰ ਨਹੀਂ ਸੁਣੋਗੇ ਕਿ ਕਿਸੇ ਨੂੰ ਗੋਲੀ ਮਾਰਤੀ, ਕਿਸੇ ਨੂੰ ਵੜਨ ਲੱਗਿਆ ਨੂੰ ਕਿਸੇ ਨੂੰ ਫੜ ਲਿਆ। ਤੁਸੀਂ 100% ਵੇਖੋਗੇ ਕਿ ਜਿੰਨੇ ਲੋਕ ਵੜਦੇ ਆ ਉਹ ਬਾਹਾਂ ਖੜੀਆਂ ਕਰਕੇ ਸਰੈਂਡਰ ਕਰਦੇ ਆ ਜੀ। ਸਾਹਮਣੇ ਮਤਲਬ ਆਰਮੀ ਹੁੰਦੀ ਆ, ਪੁਲਿਸ ਹੁੰਦੀ ਆ, ਬਾਰਡਰ ਗਾਰਡ ਆ। ਸੋ ਉਹਨਾਂ ਨੂੰ ਸਰੈਂਡਰ ਕਰਕੇ ਉੱਥੋਂ ਕੈਂਪ ਭੇਜਿਆ ਜਾਂਦਾ ਜੀ। ਸੋ ਕੈਂਪ ਦੇ ਵਿੱਚ ਮੁੰਡਿਆਂ ਦੀਆਂ ਬੇਲਾਂ ਹੁੰਦੀਆਂ ਜਾਂ ਜੋ ਵੀ ਕੋਈ ਛਡਾਉਂਦਾ ਜਾਂ ਜੋ ਕੋਈ ਫਾਈਨ ਆ ਉਹ ਕਰਕੇ ਉਹਨਾਂ ਨੂੰ ਨਾਰਮਲ ਤਰੀਕੇ ਨਾਲ ਅਮਰੀਕਾ 'ਚ ਰਹਿਣ ਦਿੱਤਾ ਜਾਂਦਾ ਹੈ ਜੀ। ਸੋ ਮਤਲਬ ਤੁਸੀਂ ਇਲੀਗਲੀ ਜਿਸ ਤਰੀਕੇ ਨਾਲ ਵੀ ਅਮਰੀਕਾ ਦੇ ਵਿੱਚ, ਹੁਣ ਸਾਡਾ ਇਸ ਗੱਲ ਦਾ ਮਕਸਦ ਇਹ ਨਹੀਂ ਕਿ ਅਸੀਂ ਇਲੀਗਲ ਰੂਟ ਨੂੰ ਅਸੀਂ ਪ੍ਰਮੋਟ ਕਰਨ ਦੀ ਗੱਲ ਕਰ ਰਹੇ, ਬਟ ਅਸੀਂ ਇੱਕ ਅਮਰੀਕਾ ਦੇ ਜਿਹੜੀ ਅਸੀਂ ਅਮਰੀਕਾ ਦੇ ਕਲਚਰ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੀ ਪਾਲਿਸੀ, ਅਮਰੀਕਾ ਦੇ DNA, ਅਮਰੀਕਾ ਦੀ ਜਿਹੜੀ ਆਵਾਮ ਆ ਉਹਨਾਂ ਦੀ ਸੋਚ ਦੀ ਗੱਲ ਕਰ ਰਹੇ ਹਾਂ ਕਿ ਜਿੰਨੇ ਪੈਰ ਪਾਤਾ ਉਹ ਅਮਰੀਕਨ ਹੋ ਗਿਆ। ਸੋ ਦੂਜਾ ਦੁਨੀਆ ਦਾ ਕਿਹੜਾ ਮੁਲਕ ਆ ਜਿਹੜਾ ਕਹਿੰਦਾ ਜੀ ਤੁਹਾਡਾ ਨਿਆਣਾ ਜੰਮਿਆ ਚਾਹੇ ਚੋਰ ਹੋ ਚਾਹੇ ਸਾਧ ਹੋ, ਇਹ ਅੱਜ ਤੋਂ ਨਿਆਣਾ ਸਾਡਾ? ਇਹ ਅਮਰੀਕਨ ਪਾਲਿਸੀ ਹੈ ਕਿ ਕੋਈ ਵੀ ਬੱਚਾ ਅਗਰ ਉੱਥੇ ਜਨਮ ਲੈਂਦਾ ਆ ਉਹ ਜੰਮਦਾ ਅਮਰੀਕਨ ਆ ਜੀ। ਉਹਦਾ ਮਾਂ-ਬਾਪ ਕੁਝ ਵੀ ਹੋਵੇ, ਚਾਹੇ ਇਲੀਗਲ ਆ ਲੀਗਲ ਹੈ, ਕੋਈ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਿਕੋਜ਼ ਉਹ ਅਮਰੀਕਾ ਦੀ ਧਰਤੀ ਤੇ ਪੈਦਾ ਹੋਇਆ ਜੀ। ਇਸ ਕਰਕੇ ਉਹ ਅਮਰੀਕਨ ਆ, ਕਿਉਂਕਿ ਬਾਕੀ ਸਾਰੇ ਲੋਕ ਤਾਂ ਬਾਹਰੋਂ ਆ ਕੇ ਵਸੇ ਆ। ਸੋ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਜੇਕਰ ਆਪਾਂ ਵੇਖਾਂਗੇ ਨਾ ਕਿ ਜਿਹੜਾ ਹੁਣ ਨਿਕਲ ਗਿਆ, ਜਿਹਨੂੰ ਡਿਪੋਰਟ ਕਰਤਾ, ਡਿਪੋਰਟ ਵਾਲੇ ਪਾਸੇ ਤੇ ਕੋਈ ਅਸੀਂ ਜੇਕਰ ਕਹੀਏ ਨਾ ਕਿ ਸਿੰਪਥੀ ਜਾਂ ਕੁਝ ਇਦਾਂ ਦਾ ਕੁਝ ਨਹੀਂ ਹੈਗਾ, ਬਿਕੋਜ਼ ਡਿਪੋਰਟ ਤੇ ਡਿਪੋਰਟ ਹੀ ਆ। ਉਹ ਅਨਲੌਫੁਲ ਸੀ, ਅਨਲੌਫੁਲ ਦਾ ਜੋ ਵੀ ਉਸ ਮੌਕੇ ਦੇ ਉੱਪਰ ਫੈਸਲਾ ਲਿਆ ਗਿਆ ਜਾਂ ਸਰਕਾਰ ਨੇ ਜਾਂ ਕੁਝ ਵੀ ਕਰਤਾ ਉਹ ਤੇ ਹੋ ਗਿਆ। ਸੋ ਉਹਦੇ ਉਸ ਕੇਸ 'ਚ ਆਪਾਂ ਕੁਝ ਨਹੀਂ ਕਰ ਸਕਦੇ, ਨਾ ਹੀ ਲਾਈਕ ਮੁੰਡੇ ਉਹ ਕੁਝ ਕਰ ਸਕਦੇ ਨੇ। ਅੱਛਾ, ਜਦੋਂ ਆਪਾਂ ਕਹਿੰਦੇ ਹਾਂ, ਤੁਸੀਂ ਕਹਿੰਦੇ ਕਿ ਜਦੋਂ ਮੈਕਸੀਕੋ ਰੂਟ ਤੇ ਜਾਂਦੇ ਨੇ ਤੇ ਫਿਰ ਇੱਕ ਫਾਈਨ ਲੱਗ ਜਾਂਦਾ, ਇੱਥੇ ਅਕਸਰ ਕਹਿੰਦੇ ਜੀ ਉਹਨੂੰ ਇੰਨੇ ਲੱਖ ਫਾਈਨ ਲੱਗ ਗਿਆ, ਉਹ ਕੀ ਹੈ? ਉਹ ਬੇਲੇਬਲ ਅਮਾਉਂਟ ਹੁੰਦਾ? ਉਹ ਬੇਲੇਬਲ ਅਮਾਉਂਟ ਆ ਬੇਸਿਕਲੀ, ਉਹ ਬੌਂਡ ਉਹਨੂੰ ਬੋਲਦੇ ਨੇ ਜਾਂ ਲਾਈਕ ਤੁਸੀਂ ਇੰਨੇ ਬੌਂਡ ਭਰ ਕੇ, ਉਹ ਬੇਸਿਕਲੀ ਡਿਸਕਰੇਜ ਕਰਨ ਨੂੰ ਹੁੰਦਾ ਕਿ ਤੁਹਾਨੂੰ ਇੰਨਾ ਜੁਰਮਾਨਾ ਪਏਗਾ।
ਪਰ ਸਾਡੇ ਲੋਕ ਇਦਾਂ ਲੈਂਦੇ ਚੱਲ ਇੱਕ ਕਿੱਲਾ ਹੋਰ ਸਹੀ। ਵਾਕਈ ਸੋ ਇਹ ਸੋਚਣ ਦਾ ਤਰੀਕਾ ਹੈ ਕਿ ਅੱਗੇ ਇੰਨੇ ਲੱਗਦੇ ਹੁਣ ਇੰਨੇ ਲੱਗੇ, ਪਰ ਜਿਹੜੀ ਸਭ ਤੋਂ ਮੰਦਭਾਗੀ ਚੀਜ਼ ਆ ਉਸ ਰੂਟ ਦੇ ਉੱਪਰ ਨਗ ਜਾਂਦੇ ਨੇ, ਬੰਦੇ ਨਹੀਂ ਜਾਂਦੇ ਜੀ। ਵੀ ਜੇਕਰ ਮਤਲਬ 15 ਚੱਲੇ ਸੀ, 12 ਪਹੁੰਚ ਗਏ, 10 ਪਹੁੰਚ ਗਏ, ਉਹ 5 ਕਿੱਥੇ ਨੇ ਉਹ ਕਿਸੇ ਨੂੰ ਨਹੀਂ ਪਤਾ। ਬਹੁਤ ਸਾਰੇ ਮਾਵਾਂ ਨੇ ਪੁੱਤ ਗਵਾਏ ਨੇ। ਸੋ ਮਾਫੀਆ ਹਰ ਧੰਦੇ 'ਚ ਆ, ਸੋ ਉਹ ਮਾਫੀਆ ਦਾ ਕੰਮ ਆ। ਸੋ ਉਹਦੇ 'ਚ ਅਸੀਂ ਸਿਰਫ ਅਮਰੀਕਾ ਦੀ ਉਦਾਰਤਾ ਦੀ ਗੱਲ ਕਰਦੇ ਹਾਂ, ਬਟ ਜਿਹੜਾ ਕੰਮ ਗਲਤ ਆ ਉਹ ਸ਼ਰੇਆਮ ਗਲਤ ਹੀ ਰਹਿਣਾ ਆ। ਵਾਕਈ ਉਹ ਜਿਵੇਂ ਕੋਈ ਸਿੰਗਰ ਲਿਖਦਾ ਹੈ ਕਿ ਬਹੁਤ ਸਾਰਾ ਜਿਹੜੀ ਜਵਾਨੀ ਆ ਪੰਜਾਬ ਦੀ ਉਹ ਪਨਾਮਾ ਵੀ ਖਾ ਗਿਆ, ਕਿਉਂਕਿ ਪਨਾਮਾ ਦੇ ਜੰਗਲ 'ਚ ਇੰਨੇ ਪੰਜਾਬੀ ਮਰ ਗਏ ਨੇ ਜਿਹੜੇ ਇਸ ਰੂਟ ਥਾਣੀ ਜਾਂਦੇ ਸੀ। ਸਾਡੇ ਅੱਗੇ 2-4 ਪਨਾਮਾ ਦੇ ਕਾਂਡ ਆਏ ਆ, ਪਨਾਮਾ ਦੇ ਕਾਂਡ ਆਏ ਆ, ਇੱਦਾਂ ਕਦੀ ਮਾਲਟਾ ਦੇ ਕਾਂਡ ਆਏ ਆ, ਸਾਡੇ ਅੱਖਾਂ ਅੱਗੇ ਆਏ ਆ। ਪਰ ਤੁਸੀਂ ਵੇਖੋ ਉਹਨਾਂ ਸਭ ਦੀ ਰਿਪੋਰਟਿੰਗ ਵੀ ਸਰਵਾਈਵਰਸ ਵੱਲੋਂ ਆ। ਵਾਕਈ ਕਿ ਉਹ ਜਿਹੜਾ ਕੋਈ ਕਿਸ਼ਤੀ ਡੁੱਬੀ 'ਚ 150 ਬੰਦਾ ਸੀ, 150 ਦਾ ਪਤਾ ਨਹੀਂ, ਤੇ ਜੇ ਕੋਈ 4 ਜਣੇ ਬਚ ਗਏ ਉਹਨਾਂ ਨੇ ਦੱਸਿਆ ਜੀ ਸਾਡੇ ਨਾਲ 150 ਬੰਦਾ ਸੀ। ਸੋ ਉੱਥੇ ਕਿਸੇ ਨੇ ਰਿਪੋਰਟ ਥੋੜ੍ਹੀ ਕੀਤੀ ਆ ਕੋਈ, ਇਹ ਤਾਂ ਸਰਵਾਈਵਰਸ ਵੱਲੋਂ ਦੱਸਿਆ ਗਿਆ ਕਿ ਇੱਦਾਂ ਹੋਇਆ। ਤੇ ਤੁਸੀਂ ਸੋਚੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਮਾਲਟੇ ਪਨਾਮੇ ਆ ਕਿ ਜਿਨ੍ਹਾਂ ਦਾ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਕਿ ਪੂਰੇ ਦਾ ਪੂਰਾ ਕੁਨਬਾ ਹੀ ਗਿਆ। ਤੇ ਉੱਥੇ ਗਿਆ, ਉੱਥੇ ਫਿਰ ਉਹ ਏਜੰਟਸ ਨੇ ਇੱਦਾਂ ਕਹਿ ਕੇ ਰੱਖਿਆ ਪਿਆ ਕਿ ਤੁਹਾਡਾ ਮੁੰਡਾ ਜੀ ਕੈਂਪ 'ਚ ਹੀ ਆ, ਛੱਡਦੇ ਨਹੀਂ ਜੀ। ਤੇ ਉਹ ਜੇ ਤੁਸੀਂ ਜ਼ਿਆਦਾ ਕਿਸੇ ਨੂੰ ਪੁੱਛੋਗੇ ਤਾਂ ਉਹਨਾਂ ਕਹਿਣਾ ਜੀ ਆਪਾਂ $10,000 ਭਰ ਕੇ ਤਾਂ ਆਪਾਂ ਵਕੀਲ ਭੇਜ ਲੈਨੇ ਉੱਥੇ ਜੀ। ਤਾਂ ਮਾਪੇ ਤੇ ਪਹਿਲਾਂ ਵਿਚਾਰੇ ਮਰੇ ਪਏ, ਜਿਨ੍ਹਾਂ ਨੇ 2 ਕਿੱਲੇ ਇੱਥੇ ਵੇਚੇ ਜਾਂ ਜੋ ਕੁਝ ਵੀ ਕੋਲ ਸੀ ਉਹ ਲਾ ਹਟੇ। ਤੇ ਉਹ ਹੁਣ ਏਜੰਟਸ ਦੇ ਕੋਲ ਇਹੀ ਆ ਵੀ ਸਾਰੀ ਉਮਰ ਉਹਨੂੰ ਜੇਲ੍ਹ 'ਚ ਰੱਖਣਾ ਜਾਂ ਬੰਦ ਰੱਖਣਾ ਕੈਂਪ ਦੇ ਵਿੱਚ, ਕਿਉਂਕਿ ਜਿੱਦਣ ਉਹਨਾਂ ਨੇ ਕੈਂਪ 'ਚੋਂ ਜਾਂ ਜੇਲ੍ਹ 'ਚੋਂ ਬਾਹਰ ਕੱਢ ਲਿਆ ਉਦੋਂ ਉਹਦਾ ਜੁਰਮਾਨਾ ਜਾਂ ਖਮਿਆਜਾ ਦੇਣਾ ਪੈਣਾ ਜੀ। ਸੋ ਮਾਪਿਆਂ ਦੇ ਉੱਪਰ ਇਹੀ ਤਰਾਸਦੀ, ਬਹੁਤ ਵੱਡੀ ਤਰਾਸਦੀ ਆ ਕਿ ਉਹ ਜਿਹੜੇ ਏਜੰਟਸ ਆ, ਜਿਹੜੇ ਰਸਤੇ ਦੇ ਮਾਫੀਆ ਵਾਲੇ ਲੋਕ ਨੇ ਜੀ, ਉਹ ਬੰਦੇ ਨੂੰ ਜਿਉਂਦਾ ਰੱਖਦੇ ਨੇ। ਜੇ ਮਾਂ-ਬਾਪ ਜ਼ਿਆਦਾ ਪੁੱਛਣ ਤੇ ਉਹਨਾਂ ਕਹਿ ਦੇਣਾ ਜੀ ਆਪਾਂ ਵਕੀਲ ਭੇਜਣੇ, 10,000 ਦੇ ਦਿਓ, 5,000 ਦੇ ਦਿਓ, ਕੁਛ ਨਾ ਕੁਛ। ਔਰ ਵੱਡੀਆਂ ਰਕਮਾਂ ਨੇ, ਇੱਥੋਂ ਦੇ ਹਿਸਾਬ ਨਾਲ ਤੁਸੀਂ ਉੱਥੇ ਪੈਸਾ ਖਰਚ ਨਹੀਂ ਸਕਦੇ। ਵਾਕਈ ਦੇਖੋ ਜਿਹੜਾ ਇੱਕ ਨੌਜਵਾਨ ਹੈ ਉਹ ਤਾਂ ਨਾ ਜੀਂਦਿਆਂ 'ਚ ਨਾ ਮਰਿਆਂ 'ਚ, ਇਹ ਤਾਂ ਮਾਪਿਆਂ ਨੂੰ ਪਹਿਲਾਂ ਹੀ ਨਹੀਂ ਪਤਾ। ਫਿਰ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਵੀ ਸ਼ਾਇਦ ਨਾ ਜੀਂਦਿਆਂ 'ਚ ਰਹਿੰਦੇ ਨੇ ਨਾ ਮਰਿਆਂ 'ਚ ਰਹਿੰਦੇ ਨੇ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਦੋਂ ਤੁਸੀਂ ਜਾ ਰਹੇ ਹੋ ਤਾਂ ਇਹ ਨਾ ਸਮਝੋ ਕਿ ਇਹ ਗਰਾਂਟਡ ਆ ਕਿ ਤੁਸੀਂ ਜੇ ਗਲਤ ਰੂਟ ਲਾਓਗੇ ਤਾਂ ਤੁਸੀਂ ਪਹੁੰਚ ਹੀ ਜਾਓਗੇ, ਕਿਉਂਕਿ ਜਦ ਤੱਕ ਨਹੀਂ ਕੋਈ ਪਹੁੰਚਦਾ ਉਦ ਤੱਕ ਸ਼ਾਇਦ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਖੰਡੇ ਦੀ ਧਾਰ ਦੇ ਉੱਤੇ ਲਟਕੀ ਪਈ ਹੁੰਦੀ ਹੈ। ਅੱਛਾ, ਇਸੇ ਦੇ ਨਾਲ ਅਸੀਂ ਦੂਸਰਾ ਸਵਾਲ ਲੈਂਦੇ ਹਾਂ। ਖੈਰ ਸਾਹਿਬ, ਮੈਂ 'ਚ 2 ਲਾਈਨਾਂ ਹੋਰ ਐਡ ਕਰ ਦੇਣਾ, ਸ਼ਾਇਦ ਕਿਸੇ ਨੂੰ, ਜੇ ਕਿਸੇ ਨੂੰ ਮਤਲਬ ਇਸ ਪਾਸੇ ਨੂੰ ਸੋਚ ਰਿਹਾ ਜਾਂ ਨਾ। ਸੋ ਦੇਖੋ ਦੋਸਤੋ, ਅਗਰ ਆਪਣੇ ਘਰ ਬੈਠੇ ਹੋ ਤੇ ਆਪਣੇ ਘਰ ਬੈਠੇ ਹੋ, ਇੱਥੇ ਬੇਬੇ ਦੇ ਛਾਬੇ 'ਚੋਂ ਪ੍ਰਸ਼ਾਦੇ ਕਦੀ ਨਹੀਂ ਮੁੱਕਦੇ। ਔਰ ਇੱਥੇ ਅਗਰ ਤੁਸੀਂ ਪੁੱਠੇ ਸਿੱਧੇ ਰਾਹ ਦੇ ਉੱਪਰ ਜਾਂਦੇ ਹੋ, ਉੱਥੇ ਨਗ ਨੇ ਕਦੋਂ ਕਿੰਨੇ, ਕਈ ਵਾਰੀ ਰਸਤੇ 'ਚ ਗੋਲੀ ਮਾਰ ਕੇ ਵੀ ਛੱਡ ਜਾਂਦੇ ਅਗਰ ਕੋਈ ਨਹੀਂ ਨਾਲ ਕੋਪ ਅਪ ਕਰਦਾ ਹੈ, ਨਾਲ ਨਹੀਂ ਚੱਲਦਾ। ਸੋ ਮਾਫੀਆ ਵਾਲੇ ਰੂਟਸ ਬਹੁਤ ਖਤਰਨਾਕ ਨੇ। ਸੋ ਨਹੀਂ ਕਿਤੇ ਜਾ ਹੁੰਦਾ, ਇੱਥੇ ਬਹੁਤ ਬਿਹਤਰ ਆ। ਹਾਂ, ਦੂਸਰੇ ਪਾਸੇ ਅਗਰ ਆਪਾਂ ਵੇਖੀਏ, ਜਦੋਂ ਰੱਬ ਸਿੱਧੇ ਹੱਥ ਨਾਲ ਦਿੰਦਾ ਹੋਵੇ ਉਦੋਂ ਹੱਥ ਪੁੱਠਾ ਨਹੀਂ ਕਰੀਦਾ। ਸੋ ਜਦੋਂ ਅੰਬੈਸੀ ਖੁੱਲ੍ਹ ਕੇ ਵੀਜ਼ਾ ਦਿੰਦੀ ਆ ਜੀ, ਅਗਰ ਤੁਸੀਂ ਅੰਕੜੇ ਵੇਖੋਗੇ, ਹਮੇਸ਼ਾ ਸਭ ਤੋਂ ਵੱਧ ਅਮਰੀਕਾ ਵੀਜ਼ਾ ਦਿੰਦਾ ਪੂਰੀ ਦੁਨੀਆ ਦੇ ਵਿੱਚ ਵੀ ਜੀ। ਹੁਣ ਵੀ ਤੁਸੀਂ ਕੱਲ ਪਰਸੋਂ ਦੀ ਅਗਰ ਖਬਰ ਵੇਖੋਗੇ ਤਾਂ ਉਹਨਾਂ ਨੇ ਇਹੀ ਕਿਹਾ ਗਿਆ ਕਿ 11 ਮਿਲੀਅਨ ਜਿਨ੍ਹਾਂ ਦੇ ਕੋਲ ਲੋਕ ਨੇ ਜਿਨ੍ਹਾਂ ਨੂੰ ਗ੍ਰੀਨ ਕਾਰਡ ਦਾ ਬੈਨੀਫਿਟ ਦੇਵਾਂਗੇ ਅਸੀਂ ਜੀ। ਸੋ ਇਹਦਾ ਮਤਲਬ ਹੋ ਗਿਆ ਵੀ 1.25 ਕਰੋੜ ਦੇ ਕਰੀਬ ਉਹ ਬੰਦਾ ਜਿਹਨੂੰ ਕਹਿੰਦੇ ਵੀ ਅਸੀਂ ਪੱਕਾ ਕਰ ਦਾਂਗੇ। ਸੋ ਕਰੋੜ ਦੇ ਲਗਭਗ ਹਰ ਸਾਲ ਅਮਰੀਕਾ ਵੀਜ਼ਾ ਦਿੰਦਾ ਆ। ਸੋ ਇਹ ਥੋੜਾ ਨੰਬਰ ਨਹੀਂ ਹੈ, ਬਹੁਤ ਵੱਡਾ ਨੰਬਰ ਹੈ। ਸੋ ਇਸੇ ਕਰਕੇ ਕਹਿੰਦੇ ਵੀ ਜਦੋਂ ਸਿੱਧੇ ਹੱਥ ਨਾਲ ਕੰਮ ਹੁੰਦਾ ਹੋਵੇ ਉਦੋਂ ਪੁੱਠਾ ਕਰਨ ਦੀ ਲੋੜ ਨਹੀਂ। ਜਦੋਂ ਅੰਬੈਸੀ ਆਪ ਵੀਜ਼ਾ ਦਿੰਦੀ ਆ ਤਾਂ ਸਾਨੂੰ ਜੰਗਲਾਂ ਦੀਆਂ ਖਾਕ ਛਾਨਣ ਦੀ ਕੀ ਲੋੜ ਆ। ਵਾਕਈ ਰਵਿੰਦਰ ਜੀ, ਤੁਹਾਡੀ ਗੱਲ ਤਾਂ ਸਹੀ ਆ। ਜੇ ਸਿੱਧੇ ਹੱਥ ਨਾਲ ਘੇ ਨਿਕਲਦਾ ਹੈ ਤਾਂ ਫਿਰ ਉਂਗਲੀ ਟੇਢੀ ਕਿਉਂ ਕਰਨੀ। ਇਸ ਨਾਲ ਹੀ ਅਸੀਂ ਅਗਲਾ ਸਵਾਲ ਲੈਂਦੇ ਹਾਂ। ਸਵਾਲ ਜਿਹੜਾ ਹੈ ਉਹ ਪੁੱਛਦੇ ਨੇ ਕਿ ਮੇਰਾ ਅਸਾਈਲਮ ਕੇਸ ਸੀਗਾ, ਹੇਅਰਿੰਗ ਜਿਹੜੀ ਹੈ ਉਹ ਕਰੋਨਾ ਕਰਕੇ ਟਲ ਗਈ ਹੈ, ਜਿਹੜੀ ਕਿ ਹੁਣ ਕਹਿੰਦੇ ਨੇ ਕਿ 2023 ਨੂੰ ਹੋਣੀ ਹੈ। ਅਤੇ ਉਹ ਕਹਿੰਦੇ ਨੇ ਕਿ ਮੈਂ ਵੇਟ ਕਰਾਂ, ਕਿਉਂਕਿ ਕਹਿ ਦਿੱਤਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਗ੍ਰੀਨ ਕਾਰਡ ਜਿਹੜੇ ਨੇ ਉਹ ਮਿਲਣੇ ਹੈ, ਇੱਦਾਂ ਸਰਕਾਰ ਨੇ ਕਿਹਾ। ਉਹ ਕਹਿੰਦੇ ਜਾਂ ਫਿਰ ਮੈਂ ਦੁਬਾਰਾ ਅਪੀਲ ਕਰਾਂ, ਮੈਂ ਕੀ ਕਰਾਂ ਦੱਸੋ। ਦੇਖੋ, ਅਗਰ ਅਸਾਈਲਮ ਦਾ ਕੇਸ ਲਾਇਆ, ਨਾਰਮਲੀ ਇੱਕ ਤਰੀਕ ਮਿਲ ਜਾਂਦੀ ਹੁੰਦੀ ਹੈ। ਸੋ ਲਾਈਕ ਅਸਾਈਲਮ ਦਾ ਕੇਸ ਉਹੀ ਹੁੰਦਾ ਕਿ ਤੁਸੀਂ ਇਹ ਸਿੱਧ ਕਰਦੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਮੈਂ ਆਪਣੇ ਮੁਲਕ ਨਹੀਂ ਜਾਣਾ, ਮੈਨੂੰ ਉੱਥੇ ਕੋਈ ਨਾ ਕੋਈ ਖਤਰਾ ਹੋਊਗਾ। ਸੋ ਇਸ ਕਰਕੇ ਉਹ ਕਹਿੰਦੇ ਕਿ ਕੋਈ ਨਹੀਂ, ਤੂੰ ਇੱਥੇ ਰਹੋ, ਕੋਈ ਗੱਲ ਨਹੀਂ, ਤੈਨੂੰ ਆਪਣੇ ਮੁਲਕ ਨਹੀਂ ਜਾਣ ਦਾ ਲੋੜ ਨਹੀਂ ਪਏਗੀ। ਸੋ ਉਹੀ ਉਦਾਰਤਾ ਵਾਲੀ ਗੱਲ ਹੈ। ਸੋ ਅਗਰ ਤੁਹਾਡਾ ਕੇਸ ਆਲਰੇਡੀ ਲੱਗਾ ਆ ਔਰ ਤੁਸੀਂ ਉਹਦੇ 'ਚ ਅਗਰ ਅਪੀਲ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਬਿਕੋਜ਼ ਜਿਹੜੀ ਨਵੀਂ ਬਾਈਡਨ ਗਵਰਨਮੈਂਟ ਨੇ ਜਿਹੜੀ ਪਾਲਿਸੀ ਦਿੱਤੀ ਹੈ ਉਹ 'ਚ ਉਹਨਾਂ ਨੇ ਕਿਹਾ ਕਿ ਅਸੀਂ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇੰਨੇ ਗ੍ਰੀਨ ਕਾਰਡ ਦੇਵਾਂਗੇ।
ਸੋ ਯੈਸ ਉਹਦੇ ਵਿੱਚ ਤਕਰੀਬਨ ਸਭ ਦਾ ਨੰਬਰ ਆ ਰਿਹਾ। ਔਰ ਇੰਡੀਆ ਦੀ ਅਗਰ ਗੱਲ ਕਰੀਏ, ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, 5 ਲੱਖ ਤੋਂ ਵੱਧ ਇੰਡੀਅਨਸ ਦਾ ਨੰਬਰ ਆ ਰਿਹਾ। ਸੋ ਬਹੁਤ ਵੱਡਾ ਨੰਬਰ ਹੈ। ਸੋ ਅਗਰ ਤੁਹਾਡਾ ਆਲਰੇਡੀ ਐਪਲੀਕੇਸ਼ਨ ਪਾਈ ਹੈ, ਤੁਸੀਂ ਦੋਨੋਂ ਕੰਮ ਕਰ ਸਕਦੇ ਹੋ। ਤੁਸੀਂ ਆਪਣੀ ਐਪਲੀਕੇਸ਼ਨ ਦੀ ਅਪੀਲ ਵੀ ਪਾ ਸਕਦੇ ਹੋ, ਬਿਕੋਜ਼ ਉਹ ਲੀਗਲ ਹੈ, ਲੌਫੁਲ ਹੈ, ਉਹਦੇ 'ਚ ਕੋਈ ਹਰਜ ਨਹੀਂ ਹੈ। ਔਰ ਦੂਸਰੀ ਗੱਲ ਰਹੀ ਲੋਟਰੀ ਵਾਲੀ, ਉਹ ਜਿੱਦਣ ਨਿਕਲ ਆਈ ਤੇ ਉਹ ਤਾਂ ਤੁਹਾਡੀ ਹੈ ਹੀ ਹੈ। ਸੋ ਕਰਮ ਜ਼ਰੂਰ ਕਰਦੇ ਰਹੋ। ਅਸੀਂ ਹੱਥ ਧਰ ਕੇ ਨਹੀਂ ਬੈਠ ਸਕਦੇ, ਬਿਕੋਜ਼ ਜ਼ਿੰਦਗੀ ਇਸੇ ਤਰੀਕੇ ਨਾਲ ਹੀ ਚੱਲਦੀ ਹੈ। ਸੋ ਆਪਣਾ ਕੰਮ ਕਰਦੇ ਰਹੋ। ਸਾਡੇ ਕੋਲ ਬਹੁਤ ਸਾਰੇ ਸੱਜਣ ਆਉਂਦੇ ਨੇ, ਵੀਜ਼ਾ ਅਪਲਾਈ ਕਰਦੇ ਨੇ। ਮੈਂ ਇੱਕ ਛੋਟਾ ਕਿੱਸਾ ਸ਼ੇਅਰ ਕਰ ਦਿੰਦਾ। ਜੀ। ਔਰ ਕਿਉਂਕਿ ਸਾਡਾ ਇਤਿਹਾਸ ਇੱਦਾਂ ਦਾ ਰਿਹਾ ਕਿ ਵੀਜ਼ਾਸ ਨੂੰ ਲੈ ਕੇ ਅਸੀਂ ਬਹੁਤ ਸੈਂਸਿਟਿਵ ਹਾਂ ਸਾਡੇ, ਬਿਕੋਜ਼ ਘਾਲਣਾ ਐਡੀ ਵੱਡੀ ਆ ਕਿ ਅਸੀਂ ਕਈ ਅਗਲੀਆਂ ਗਿਣਤੀਆਂ ਕੀਤੀਆਂ ਹੁੰਦੀਆਂ। ਸੋ ਸਾਡੇ ਕੋਲ ਅਕਸਰ ਨੌਜਵਾਨ ਆਉਂਦੇ ਨੇ ਔਰ ਨਾਲ ਮਾਪੇ ਆਉਂਦੇ ਆ, ਔਰ ਉੱਤੋਂ ਕਹਿੰਦੇ ਨੇ ਆ ਕੇ ਸਵਾਲ ਇੱਕ ਬੜਾ ਟੇਢਾ ਜਿਹਾ ਪੁੱਛਦੇ ਨੇ ਕਿ ਅੱਗੇ ਅਸੀਂ ਜੀ ਉਹ 10-15 ਕਿੱਲੇ ਪੈਲੀ ਠੇਕੇ 'ਤੇ ਲਈਦੀ ਆ, ਅਤੇ ਮੁੰਡੇ ਦਾ ਹੁਣ ਆਪਾਂ ਕੇਸ ਲਾਤਾ ਤਾਂ ਐਤਕੀ ਕੀ ਕਰੀਏ, ਵੀ ਪੈਲੀ ਛੱਡ ਦਈਏ ਫਿਰ ਠੇਕੇ 'ਤੇ ਨਾ ਲਈਏ। ਅਤੇ ਉਹ ਮੈਂ ਬੜਾ ਦੁਚਿੱਤੀ 'ਚ ਹੁੰਦਾ। ਔਰ ਬਿਕੋਜ਼ ਓਬਵੀਅਸਲੀ ਅਸੀਂ ਵੀਜ਼ਾ ਪ੍ਰੋਫੈਸ਼ਨਲਸ, ਅਸੀਂ ਲਾਈਕ ਜਿਹੜਾ ਕੰਮ ਕਰਦੇ ਹਾਂ, ਅਸੀਂ ਉਸ ਕੰਮ ਨੂੰ ਚੰਗੇ ਤਰੀਕੇ ਨਾਲ ਜਾਣਦੇ ਹਾਂ। ਪਰ ਅਸੀਂ ਬਾਬੇ ਨਹੀਂ ਵੀ ਮੇਰਾ ਹੱਥ ਲੱਗ ਗਿਆ ਤਾਂ ਪਾਰ ਹੋਣਾ ਹੀ ਹੋਣਾ, ਬਿਕੋਜ਼ ਕਈ ਹਜ਼ਾਰਾਂ ਪਾਲਿਸੀਜ਼ ਨੇ ਜਿਹੜੀਆਂ ਇੱਕ ਵੀਜ਼ਾਸ ਨੂੰ ਡਿਸਾਈਡ ਕਰਦੀਆਂ ਨੇ। ਕਿਸੇ ਟਾਈਮ ਕੋਈ ਸਮਾਂ ਆ, ਸੋ ਸੇਮ ਟਰੰਪ ਸਾਹਿਬ ਦੇ ਕੋਈ ਹੋਰ ਸਮਾਂ ਸੀ, ਬਾਈਡਨ ਸਾਹਿਬ ਦੇ ਕੋਈ ਹੋਰ ਸਮਾਂ ਆ। ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਐਸੇ ਫੈਕਟਰ ਨੂੰ ਜਿਹੜੀਆਂ ਤੈਅ ਕਰਦੀਆਂ ਨੇ। ਸੋ ਮੇਰਾ ਬਹੁਤ ਸਿੱਧਾ ਜਿਹਾ ਜਵਾਬ ਹੁੰਦਾ ਆ ਕਿ ਨਹੀਂ ਬਾਈ ਜੀ, ਤੁਸੀਂ ਕਿੱਲੇ ਠੇਕੇ 'ਤੇ ਵੀ ਲਓ, ਝੋਨਾ ਕਣਕ ਜੋ ਬੀਜਣਾ ਉਹ ਵੀ ਬੀਜ ਲਓ। ਅਗਰ ਮੁੰਡੇ ਦਾ ਵੀਜ਼ਾ ਪਹਿਲਾਂ ਆ ਗਿਆ ਤਾਂ ਵਢਾਉਣ ਅਸੀਂ ਆਪ ਚੱਲ ਜਾਂਗੇ। ਉਹਨਾਂ ਨੂੰ ਮੈਂ ਸੋਚਦਾ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਵੀ ਹੁਣ ਅਸੀਂ ਖੇਤੀ ਛੱਡ ਦਈਏ, ਕਿ ਸਾਡਾ ਵੀ ਫਿਰ ਨਾਲ ਹੀ ਕਹਿੰਦਾ ਹੁੰਦਾ ਨਾ ਵੀ ਇੱਕ ਨੂੰ ਚੱਲ ਜਾਓ ਤਾਂ ਫਿਰ ਅਸੀਂ ਰੱਸਾ ਫੜਾ ਕੇ ਨਿਕਲ ਜਾਂਦੇ ਹਾਂ। ਬਿਲਕੁਲ। ਸੋ ਅਲਟੀਮੇਟਲੀ ਕਹਿਣ ਦਾ ਮਤਲਬ ਉਹ ਹੈ ਕਿ ਸਾਨੂੰ ਤਦ ਤੱਕ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ। ਜਿਸ ਜ਼ਿੰਦਗੀ 'ਚ ਅਸੀਂ ਹੈਗੇ ਹਾਂ ਉੱਥੇ ਜ਼ਰੂਰ ਰਹਿਣਾ ਚਾਹੀਦਾ। ਸਾਡੇ ਪੈਰ ਜ਼ਮੀਨ 'ਤੇ ਟਿਕੇ ਹੋਣੇ ਚਾਹੀਦੇ ਆ। ਹਾਂ, ਇਹ ਮੁਕੱਦਰਾਂ ਵਾਲੀਆਂ ਗੱਲਾਂ ਨੇ ਕਿ ਸਾਡਾ ਦਾਣਾ ਪਾਣੀ ਅਗਲਾ ਕਿਸੇ ਹੋਰ ਪਾਸੇ ਲਿਖਿਆ ਤਾਂ ਉਹ ਹੋ ਜਾਊਗਾ। ਜਿੱਦਣ ਉਹ ਹੋ ਜਾਊਗਾ ਉਹਨੇ ਛੱਡ ਕੇ ਤੁਰ ਜਾਂਗੇ। ਅਸੀਂ ਉਹਦੀ ਆਸ 'ਚ ਅੱਜ ਭੁੱਖੇ ਰਹਿਣਾ ਕਿਉਂ ਚਾਲੂ ਕਰ ਦਈਏ। ਜੀ, ਵਾਕਈ ਬਹੁਤ ਸੋਹਣੀ ਗੱਲ ਹੈ ਇਹ ਕਿ ਅਸੀਂ ਜਿਹੜਾ ਹੁਣ ਵਾਲਾ ਸਮਾਂ ਆ ਉਹਨੂੰ ਕਿਉਂ ਐਂ ਗਵਾਈਏ। ਅੱਛਾ, ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਜ਼ਿੰਦਗੀ ਘਾਲਣ ਵਾਲਾ ਇੱਕ ਤਰੀਕਾ ਆ, ਪਰ ਫਿਰ ਘਾਲਣਾ ਕਦੀ ਰੋਕ ਕੇ ਨਾ ਸਾਨੂੰ ਕਿਤੇ ਘੁੰਮਣ ਫਿਰਨ ਵੀ ਜਾਣਾ ਪੈਂਦਾ। ਫਿਰ ਜਦੋਂ ਅਸੀਂ ਹੁਣ ਅਮਰੀਕਾ ਦੀ ਗੱਲ ਕਰ ਲਈਏ ਤਾਂ ਉਦੋਂ ਵਧੀਆ ਮੁਲਕ ਕੋਈ ਨਹੀਂ ਘੁੰਮਣ ਲਈ, ਅਤੇ ਕਿਵੇਂ ਜਿਹੜਾ ਹੈ ਅਸੀਂ ਅਪਲਾਈ ਕਰ ਸਕਦੇ ਹਾਂ? ਹੁਣ ਕਰੋਨਾ ਦੇ ਦੌਰਾਨ ਅਸੀਂ ਅਪਲਾਈ ਕਰ ਸਕਦੇ ਹਾਂ, ਕਿੱਦਾਂ ਕੀ ਹਾਲ ਨੇ? ਯੈਸ, ਈਵਨ ਅਗਰ ਅਸੀਂ ਗੱਲ ਕਰ ਰਹੇ ਸੀਗੇ ਕਿ H1 ਖੋਲ੍ਹਤਾ ਤਾਂ ਯੈਸ B1 ਕੈਟਾਗਰੀਜ਼ ਜਿਹੜੀਆਂ ਟੂਰਿਸਟ ਦੀਆਂ ਉਹ ਵੀ ਖੋਲ੍ਹ ਦਿੱਤੀਆਂ ਨੇ। ਸੋ ਉਹਦੇ ਵਿੱਚ ਅਪੁਆਇੰਟਮੈਂਟਸ ਹਾਲੇ ਇੱਕਦਮ ਤਰੀਕਾਂ ਨਹੀਂ ਦਿਸਣ ਲੱਗੀਆਂ, ਬਟ ਉਹ ਐਪਲੀਕੇਸ਼ਨਸ ਓਪਨ ਹੋ ਗਈਆਂ ਹੁਣ। ਅਗਰ ਅਮਰੀਕਾ ਦਾ ਡਰ ਘਟ ਗਿਆ, ਡਰ ਕਾਹਦਾ ਆ, ਉਹ ਮੂੰਹ ਬੰਨੇ ਰਹਿਣ ਦਾ ਜੀ, ਉਹ ਕੋਵਿਡ ਵਾਲਾ, ਅਗਰ ਉਹ ਡਰ ਘਟ ਗਿਆ ਤਾਂ ਟੂਰਿਜ਼ਮ ਬਹੁਤ ਵੱਡਾ ਫੈਕਟਰ ਆ ਕਿਸੇ ਵੀ ਮੁਲਕ ਦੀ ਇਕੋਨਮੀ ਨੂੰ ਚਲਾਉਣ ਵਾਲਾ। ਦੁਨੀਆ ਦੇ ਬਹੁਤ ਸਾਰੇ ਮੁਲਕ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਸੀ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਮੌਰੀਸ਼ੀਅਸ, ਇਹ ਰਾਤੋਂ ਰਾਤ ਅਗਰ ਦਿਸਣ ਲੱਗੇ ਪੂਰੀ ਦੁਨੀਆ ਨੂੰ, ਇਕੱਲਾ ਟੂਰਿਜ਼ਮ ਦੀ ਬਦੌਲਤ ਹੈ। ਸੋ ਟੂਰਿਜ਼ਮ ਦੀ ਬਹੁਤ ਵੱਡੀ ਤਾਕਤ ਹੈ ਔਰ ਅਮਰੀਕਾ ਇਸ ਚੀਜ਼ ਨੂੰ ਪਛਾਣਦਾ ਹੈ ਜੀ। ਔਰ ਜਦੋਂ ਥੋੜ੍ਹਾ ਬਹੁਤ ਸੌਖਾ ਹੋਇਆ, ਥੋੜ੍ਹਾ ਬਹੁਤ ਵੀ ਟਾਈਮ ਨੇ ਅਲਾਓ ਕੀਤਾ, ਬਿਕੋਜ਼ ਇਹ 'ਚ ਪਾਲਿਸੀਜ਼ ਬਹੁਤ ਬਾਅਦ ਦੀ ਕਹਾਣੀ ਹੈ ਕਿ ਸਰਕਾਰ ਵੀਜ਼ਾ ਦੇਏਗੀ, ਪਾਲਿਸੀ ਬਣਾਏਗੀ, ਇਹ ਬਹੁਤ ਸਮਾਂ ਪਹਿਲਾਂ ਤੈਅ ਹੋਇਆ ਪਿਆ ਜੀ। ਬਿਕੋਜ਼ ਅਮਰੀਕਾ ਇੰਡੀਅਨਸ ਨੂੰ ਹਰ ਮਹੀਨੇ ਲਗਭਗ 1 ਲੱਖ ਵੀਜ਼ਾ ਦਿੰਦਾ ਰਿਹਾ ਆ, ਟਰੈਵਲ ਵੀਜ਼ਾ। ਯੈਸ, ਸੋ ਇਹ ਛੋਟਾ ਨੰਬਰ ਨਹੀਂ ਆ, ਬਹੁਤ ਵੱਡਾ ਨੰਬਰ ਆ। 1 ਮਹੀਨੇ 'ਚ 1 ਲੱਖ ਮਤਲਬ ਇੰਡੀਅਨਸ ਨੂੰ ਇਕੱਲਾ ਵੀਜ਼ਾ ਮਿਲ ਜਾਣਾ ਕੋਈ ਛੋਟਾ ਨੰਬਰ ਨਹੀਂ ਆ। ਸੋ ਸਿਰਫ ਸਮੇਂ ਦੀ ਵੇਟ ਹੋ ਰਹੀ ਆ ਕਿ ਅਗਰ ਸਮਾਂ ਡਰ ਵਾਲਾ ਨਿਕਲ ਗਿਆ, ਔਰ ਉਮੀਦ ਹੈ ਕਿ ਇਸ ਸਮਰ ਦੇ ਵਿੱਚ ਬਹੁਤ ਸਹੀ ਸਮਾਂ ਰਹੂਗਾ। ਜਿਹੜੀ ਮੇਰੀ ਖੁਦ ਦੀ ਆਪਣੀ ਇੰਟਿਊਸ਼ਨ ਆ, ਜਾਂ ਜਿੰਨਾ ਕੁ ਮੈਂ, ਬਿਕੋਜ਼ ਮੈਂ ਹੈਲਥ ਪ੍ਰੋਫੈਸ਼ਨਲ ਨਹੀਂ ਹਾਂ, ਮੈਂ ਟਰੈਵਲ ਪ੍ਰੋਫੈਸ਼ਨਲ ਹਾਂ ਜੀ। ਸੋ ਐਜ਼ ਏ ਟਰੈਵਲ ਪ੍ਰੋਫੈਸ਼ਨਲ ਮੇਰੀ ਇਹ ਇੰਟਿਊਸ਼ਨ ਆ ਕਿ ਇਹ ਸਮਰ ਵੀਜ਼ਾਸ ਲਈ ਬਹੁਤ ਚੰਗਾ ਸਮਾਂ ਰਹੇਗਾ। ਔਰ ਵੈਸੇ ਵੀ ਸਮਰ ਵਾਲਾ ਟਾਈਮ ਪੂਰੀ ਦੁਨੀਆ ਲਈ ਘੁੰਮਣ ਲਈ ਵੀ ਚੰਗਾ ਹੁੰਦਾ, ਬਿਕੋਜ਼ ਪੂਰੀ ਦੁਨੀਆ 'ਚ ਸਨਸ਼ਾਈਨ ਹੁੰਦੀ ਹੈ ਜੀ। ਬਿਕੋਜ਼ ਬਹੁਤ ਸਾਰੇ ਮੁਲਕ ਨੇ ਜਿਹੜੇ ਕਈ ਜਗ੍ਹਾ 'ਤੇ ਤਾਂ ਸਾਲ ਭਰ ਜਾਂ 6 ਮਹੀਨੇ ਧੁੱਪ ਹੀ ਨਹੀਂ ਨਿਕਲਦੀ। ਸੋ ਠੰਡ 'ਚ ਟਰੈਵਲਿੰਗ ਉਨੀ ਫਿਜ਼ੀਬਲ ਵੀ ਨਹੀਂ ਹੁੰਦੀ, ਉਨੀ ਖੁਸ਼ਨੁਮਾ ਨਹੀਂ ਹੁੰਦੀ ਜਿੰਨੀ ਕਿ ਜਦੋਂ ਮੌਸਮ ਦਿਨ ਖੁੱਲ੍ਹਿਆ ਹੋਵੇ, ਮੌਸਮ ਚੜ੍ਹਿਆ ਹੋਵੇ ਜਾਂ ਸੂਰਜ ਦਿਸਦਾ ਹੋਵੇ ਸਿਰ ਦੇ ਉੱਪਰ। ਔਰ ਕੋਈ ਵੀ ਕੰਟਰੀ ਜਦੋਂ, ਸਪੈਸ਼ਲੀ ਯੂਰਪ ਦੇ ਵਿੱਚ ਇੱਕ ਕਲਚਰ ਆ, ਜਦੋਂ ਵੀ ਕੋਈ ਕੰਟਰੀ ਪ੍ਰਮੋਟ ਕਰਦਾ ਆਪਣੇ ਆਪ ਨੂੰ, ਤੇ ਤੁਸੀਂ ਯਕੀਨ ਮੰਨੋ ਇੱਦਾਂ ਲਿਖਦੇ ਨੇ ਕਿ ਸਾਡੇ 230 ਦਿਨ ਸੂਰਜ ਚੜ੍ਹਦਾ ਆ ਜੀ। ਸੋ ਸਨਸ਼ਾਈਨ ਬਹੁਤ ਵੱਡਾ ਹਿੱਸਾ ਆ ਜਿਹੜਾ ਟੂਰਿਜ਼ਮ ਦਾ ਆ। ਸੋ ਯੈਸ, ਸਮਰ ਦੇ ਵਿੱਚ ਅਮਰੀਕਾ ਵੀ ਸੰਨੀ ਹੁੰਦਾ ਆ, ਸੋ ਖੁਸ਼ਨੁਮਾ ਮਾਹੌਲ ਆ। ਸੋ ਉਮੀਦ ਕਰਦੇ ਹਾਂ ਕਿ ਅਗਰ ਮੂੰਹ ਢਕੇ ਨਹੀਂ ਰਹਿ ਗਏ, ਮੂੰਹ ਬੰਨੇ ਨਹੀਂ ਰਹਿ ਗਏ,
ਤੇ ਫਿਰ ਚੜ੍ਹਦੀ ਕਲਾ 'ਚ ਹੋ ਜਾਊਗਾ, ਫਿਰ ਟੂਰਿਜ਼ਮ ਵਾਲਾ ਕੰਮ ਵੀ ਸੌਖਾ ਰਹੂਗਾ। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਕਿੰਨੇ ਕੁ ਪੈਕੇਜ ਦੇ ਵਿੱਚ ਕਿੰਨੇ ਕੁ ਦਾ ਪੈਕੇਜ ਬਣ ਜਾਂਦਾ ਟਰੈਵਲ ਦਾ? ਅਮਰੀਕਾ ਨੂੰ ਤੁਸੀਂ ਜਾਣਾ 2-2.5 ਲੱਖ ਰੁਪਏ ਦੇ ਕਰੀਬ ਤੁਹਾਡੀ ਕਾਸਟ ਹੈ, ਜਿਹੜੀ ਤੁਹਾਡੀ ਇਫ ਯੂ ਵਾਂਟ ਟੂ ਇਨਕਲੂਡ ਕਿ ਮੇਰਾ ਸਭ ਕੁਝ ਪਾ ਕੇ ਖਰਚਾ ਕਰਕੇ ਤੇ ਮੈਂ ਘੁੰਮ ਫਿਰ ਕੇ ਕੀ ਆਵਾਂ। ਅਗਰ ਹੌਲੀਡੇਜ਼ ਦੇ ਟੂਰ ਲੈਣਾ ਚਾਹੁੰਦੇ ਹੋ ਤੁਸੀਂ ਟੂਰ ਉਸ ਹਿਸਾਬ ਨਾਲ ਪਲਾਨ ਕਰ ਸਕਦੇ ਹੋ, ਬਿਕੋਜ਼ ਟੂਰ ਲਗਜ਼ਰੀ ਤੋਂ ਬਜਟ ਤੁਸੀਂ ਐਡੇ ਸੌਖੇ ਮਤਲਬ ਪ੍ਰਾਈਸਿਸ ਵਿੱਚ ਨਹੀਂ ਐਡ ਆਨ ਕਰ ਸਕਦੇ, ਬਿਕੋਜ਼ ਤੁਹਾਨੂੰ 5000 ਦਾ ਕਮਰਾ ਵੀ ਮਿਲਦਾ ਤੇ 50000 ਦਾ ਕਮਰਾ ਵੀ ਮਿਲਦਾ ਜੀ। ਸੋ ਡਿਪੈਂਡਿੰਗ ਅਪੋਨ ਅਗਰ ਅਸੀਂ ਨਾਰਮਲ 3 ਸਟਾਰ ਦੀ ਮੈਂ ਗੱਲ ਕਰ ਰਿਹਾ ਕਿ ਉਹਦੇ 'ਚ ਤੁਹਾਡਾ 2-2.5 ਲੱਖ ਰੁਪਏ ਦੇ ਵਿੱਚ ਲਾਈਕ ਈਜ਼ੀ ਐਵਰੀਥਿੰਗ ਈਜ਼ੀ ਇਨਕਲੂਸਿਵ ਆਫ ਐਵਰੀਥਿੰਗ ਤੁਸੀਂ ਮੈਨੇਜ ਕਰ ਸਕਦੇ ਹੋ ਜੀ। ਅੱਛਾ, ਫਿਰ ਜ਼ਿਆਦਾ ਪੈਸੇ ਵੀ ਨਹੀਂ ਹੈ ਤੇ ਸੌਖਾ ਤਰੀਕੇ ਨਾਲ ਤੁਸੀਂ ਅਮਰੀਕਾ ਵਰਗਾ ਮੁਲਕ ਕਿਉਂਕਿ ਅਸਲ ਦੇ ਵਿੱਚ ਅਸੀਂ ਜਿਹੜੀਆਂ ਕੀਮਤਾਂ ਨੇ ਜਾਂ ਅਗਰ ਅਸੀਂ ਗੱਲ ਕਰੀਏ ਪੈਸੇ ਦੀ, ਟੂਰਿਜ਼ਮ ਲਗਜ਼ਰੀ ਆ, ਸੋ ਕਿਸੇ ਕੰਟਰੀ ਲਈ ਵੀ ਇੰਡੀਵਿਜੂਅਲ ਲਈ ਵੀ ਜੀ। ਸੋ ਇਹਦੇ ਉੱਪਰ ਕੋਈ ਜਿੱਦਾਂ ਅਸੀਂ ਕਹੀਏ ਨਾ ਕਿ ਮਤਲਬ ਟੈਕਸ ਛੋਟ, ਹਾਂ ਨਹੀਂ ਕੁਛ ਨਹੀਂ ਇੱਦਾਂ ਦਾ। ਸਗੋਂ ਤੁਹਾਨੂੰ ਹੈਰਾਨੀ ਹੋਊਗੀ ਕਿ ਮੋਦੀ ਸਾਹਿਬ ਨੇ ਨਵੇਂ 2 ਟੈਕਸ ਇਨਕਲੂਡ ਕਰਤੇ ਆ ਹੁਣ ਜੀ, ਕਿ ਜਿਹੜੇ ਸਟੂਡੈਂਟਸ ਬਾਹਰ ਫੀਸਾਂ ਭੇਜਦੇ ਆ ਉਹਦੇ ਉੱਪਰ ਵੀ 5% ਦੀ ਜੁਰਮਾਨਾ ਸ਼ੁਰੂ ਹੋ ਗਿਆ ਜੀ। ਤੇ ਜੇ ਅਗਰ ਤੁਸੀਂ ਛੁੱਟੀਆਂ ਕੱਟਣ ਜਾਂਦੇ ਹੋ ਉਹਦੇ ਉੱਪਰ ਵੀ 5% ਟੈਕਸ ਐਡੀਸ਼ਨਲ ਲਾਗੂ ਹੋ ਗਿਆ। ਟਰੈਵਲ ਵੀਜ਼ਾ ਸਟੂਡੈਂਟਸ ਨੂੰ 7.5 ਲੱਖ ਤੋਂ ਬਾਅਦ ਸ਼ੁਰੂ ਹੁੰਦਾ ਹੈ, ਮਤਲਬ ਅਗਰ ਤੁਹਾਡੀ ਫੀਸ 10 ਲੱਖ ਹੈ ਤੇ ਤੁਹਾਡਾ 2.5-3 ਲੱਖ ਰੁਪਏ ਦਾ ਕੀ ਤੁਹਾਡਾ ਜਿਹੜਾ 5% ਲੱਗਦਾ ਹੈ। ਬਟ ਅਗਰ ਤੁਸੀਂ ਹੌਲੀਡੇਜ਼ ਦੇ ਉੱਪਰ ਚੱਲੇ ਹੋ ਤੁਹਾਡੇ 1 ਰੁਪਈਏ ਤੋਂ 5% ਸ਼ੁਰੂ ਹੋ ਗਿਆ ਵਿਆਜ ਲੱਗਣਾ। ਹਾਂ, ਪਰ ਜਦੋਂ ਫਿਰ ਅਸੀਂ ਕਹਿੰਦੇ ਹਾਂ ਕਿ ਘੁੰਮਣਾ ਫਿਰਨਾ ਤਾਂ ਇੱਕ ਤਰੀਕੇ ਨਾਲ ਸਾਡਾ ਇੱਕ ਮਨੁੱਖੀ ਅਧਿਕਾਰ ਹੈ ਤੇ ਫਿਰ ਉਹਦੇ ਤੇ ਤਾਂ ਟੈਕਸ ਬਣਦਾ ਨਹੀਂ ਹੈ। ਸਰਕਾਰਾਂ ਇਸ ਹਿਸਾਬ ਨਾਲ ਨਹੀਂ ਸੋਚਦੀਆਂ, ਸਰਕਾਰ ਸਾਰੀਆਂ ਬਾਣੀਆਂ ਨੇ, ਸੋ ਸਾਰੇ ਸਰਕਾਰਾਂ ਬਿਜ਼ਨਸ ਮਾਈਂਡਡ ਨੇ। ਸੋ ਹਰ ਸਰਕਾਰ ਨੂੰ ਇਹ ਵੇਖਣਾ ਹੁੰਦਾ ਕਿ ਸਾਨੂੰ ਰੈਵਨਿਊ ਕਿੱਥੋਂ ਆਉਂਦਾ ਹੈ ਜੀ। ਸੋ ਅਗਰ ਜਿਸ ਤਰੀਕੇ ਨਾਲ ਸੋਚੋ ਸਭ ਤੋਂ ਵੱਧ ਰੈਵਨਿਊ ਹੁਣ ਸਾਡਾ ਤੇਲ 100 ਰੁਪਈਆ ਪਾਰ ਕਰ ਚੱਲਿਆ ਜੀ, ਪਰ ਪਤਾ ਵੀ ਸਭ ਦੀ ਗੱਡੀ ਤੇ ਚੱਲਣੀ ਤੇਲ ਨਾਲ ਹੀ ਹੈ। ਸੋ ਕਿੰਨੇ ਲੋਕ ਲੜਨ ਆ ਜਾਣਗੇ, ਸੋ ਸਭ ਤੋਂ ਵੱਧ ਟੈਕਸੇਸ਼ਨ ਤੇਲ ਤੇ ਹੀ ਆ ਜੀ। ਸੋ ਇਸ ਕਰਕੇ ਸਰਕਾਰਾਂ ਇਸ ਤਰੀਕੇ ਨਾਲ ਚੱਲਦੀ ਆ। ਜਿੱਦਾਂ ਪੰਜਾਬ ਗਵਰਨਮੈਂਟ ਨੇ ਕੋਵਿਡ 'ਚ ਸਭ ਕੁਝ ਬੰਦ ਸੀ, ਇਕੱਲੀਆਂ ਦਾਰੂ ਦੀਆਂ ਦੁਕਾਨਾਂ ਖੋਲੀਆਂ, ਟੈਕਸੇਸ਼ਨ ਜ਼ਿਆਦਾ ਸੀ। ਯੈਸ, ਬਿਕੋਜ਼ ਸਾਡਾ ਕਲੈਕਸ਼ਨ ਸਭ ਤੋਂ ਵੱਧ ਐਕਸਾਈਜ਼ ਤੋਂ ਆਉਂਦਾ ਆ। ਸੋ ਇਸ ਕਰਕੇ ਸਰਕਾਰਾਂ ਉਸ ਤਰੀਕੇ ਨਾਲ ਨਹੀਂ ਸੋਚਦੀਆਂ। ਸਰਕਾਰਾਂ ਦੇ ਸੋਚਣ ਦਾ ਸਿੱਧਾ ਢੰਗ ਆ ਕਿ ਸਾਨੂੰ ਰੈਵਨਿਊ ਕਿੱਥੋਂ ਆਉਂਦਾ ਹੈ, ਔਰ ਜਿੱਥੋਂ ਰੈਵਨਿਊ ਆਉਂਦਾ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਵਾਕਈ ਜਿੱਥੋਂ ਰੈਵਨਿਊ ਹੈ ਉੱਥੇ ਫਿਰ ਕੋਈ ਕੰਪਰੋਮਾਈਜ਼ ਨਹੀਂ, ਉੱਥੇ ਕਿਸੇ ਤਰੀਕੇ ਦੀ ਕੋਈ ਵੀ ਛੋਟ ਨਹੀਂ ਹੈਗੀ। ਵਾਕਈ ਇਹ ਸੀ ਅੱਜ ਦੀਆਂ ਸਾਡੀਆਂ ਗੱਲਾਂ ਪੰਜਾਬ ਅਬਰੋਡ ਦੀਆਂ। ਤੁਸੀਂ ਜਾ ਰਹੇ ਹੋ ਤੇ ਸਿੱਧਾ ਰਸਤਾ ਚੁਣੋ ਜਿੱਥੇ ਤੁਹਾਡੇ ਮਾਪਿਆਂ ਨੂੰ ਵੀ ਕੋਈ ਕਿਸੇ ਤਰੀਕੇ ਦਾ ਖਦਸ਼ਾ ਨਾ ਹੋਵੇ ਤੇ ਤੁਹਾਨੂੰ ਵੀ ਕਿਸੇ ਤਰੀਕੇ ਦਾ ਕੋਈ ਖਦਸ਼ਾ ਨਾ ਹੋਵੇ, ਕਿਉਂਕਿ ਜੇ ਇੱਕ ਜਾਨ ਜਾਂਦੀ ਹੈ ਤੇ ਮਾਪੇ ਸਾਰੀ ਉਮਰ ਉੱਠਣ ਜੋਗੇ ਨਹੀਂ ਰਹਿੰਦੇ। ਇੱਕ ਤਾਂ ਫਾਈਨੈਂਸ਼ੀਅਲੀ ਉੱਠਣ ਜੋਗੇ ਨਹੀਂ ਰਹਿੰਦੇ, ਦੂਸਰਾ ਉਹਨਾਂ ਦਾ ਜਿਹੜਾ ਇਮੋਸ਼ਨਲ ਟੱਚ ਹੈ ਉਹ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ। ਸੋ ਅਰਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਹਰ ਵਾਰ ਆਉਂਦੇ ਹੋ ਸਾਡੇ ਨਾਲ ਐਡੀ ਖੁੱਲ੍ਹ ਕੇ ਗੱਲਬਾਤ ਕਰਦੇ ਹੋ। ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।